हाँ जी विद्यार्थियों, किवें हो? सारे ठीक हो? सारिਆਂ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਸਾਹਿਤ ਦੇ ਰੂਪਾਂ ਦੀ ਜਮਾਤ ਵਿੱਚ। ਸਾਹਿਤ ਦੇ ਰੂਪਾਂ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ, ਸਾਹਿਤ ਦੇ ਰੂਪ ਜਦੋਂ ਵੀ ਆਪਾਂ ਪੜ੍ਹਦੇ ਹਾਂ ਨਾ, ਦੇਖੋ ਸਾਹਿਤ ਦੇ ਰੂਪ ਆਪਣੇ ਦੋ ਪੁਸਤਕਾਂ ਵਿੱਚ ਦੇ ਰੱਖੇ ਆ, ਇੱਕ 11ਵੀਂ ਵਿੱਚ, ਇੱਕ 12ਵੀਂ ਵਿੱਚ। ਸੋ ਸਾਹਿਤ ਦੇ ਰੂਪ ਸਭ ਤੋਂ ਪਹਿਲਾਂ ਆਪਾਂ 12ਵੀਂ ਜਮਾਤ ਦੇ ਵਿੱਚ ਹੈ ਜਿਹੜਾ ਇਹ ਕਵਿਤਾ ਬਾਰੇ ਗੱਲ ਕਰਾਂਗੇ। ਸਾਹਿਤ ਦਾ ਪਹਿਲਾ ਰੂਪ ਇਹਨੂੰ ਸਵੀਕਾਰ ਕੀਤਾ ਜਾਂਦਾ ਹੈ ਤੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਦਾ ਜਾਊਂਗਾ ਵੀ ਪ੍ਰਸ਼ਨ ਦੀ ਸ਼ਬਦਾਵਲੀ ਕਿਵੇਂ ਬਣਦੀ ਹੈ। ਮੰਨ ਲਓ ਪ੍ਰਸ਼ਨ ਤੁਸੀਂ ਮੰਨ ਲਓ ਕੋਈ ਬੈਠੇ ਹੋ, ਬੈਠੇ ਮੰਨ ਲਓ ਪੜ੍ਹੀ ਜਾਂਦੇ ਹੋ, ਤੁਹਾਡੇ ਕਈਆਂ ਦੇ ਵਿੱਚ ਤੁਹਾਡੇ ਸਟੂਡੈਂਟ, ਤੁਹਾਡੇ ਵਿੱਚੋਂ ਹੀ ਕਈ ਸਟੂਡੈਂਟ ਇਸ ਤਰ੍ਹਾਂ ਦੇ ਆ ਵੀ ਜਿਹੜੇ ਕੀ ਕਰਦੇ ਆ, ਮੈਂ ਜਿਵੇਂ ਬੋਲਦਾ ਕੋਈ ਅਲੱਗ ਚੀਜ਼ ਤਾਂ ਉਸ ਨੂੰ ਨੋਟ ਜ਼ਰੂਰ ਕਰਦੇ ਆ। ਤਾਂ ਤੁਸੀਂ ਵਨ ਲਾਈਨਰ ਕੁਐਸਚਨ ਤੁਸੀਂ ਚਾਹੋ ਤਾਂ ਬਣਾ ਸਕਦੇ ਹੋ, ਬੜਾ ਸ਼ਾਨਦਾਰ ਤੁਹਾਡੇ ਕੰਮ ਆਉਣਗੇ। ਹੱਥ ਨਾਲ ਜਿਹੜੀ ਚੀਜ਼ ਤੁਸੀਂ ਲਿਖ ਦੋਗੇ ਉਹ ਕਦੇ ਭੁੱਲਦੀ ਨਹੀਂ ਗੀ। ਸੋ ਸਾਹਿਤ ਦੇ ਰੂਪ ਦੀ ਆਪਾਂ ਪਹਿਲਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਪੜ੍ਹਾਂਗੇ ਕਵਿਤਾ। ਆਪਾਂ ਜਦੋਂ ਵੀ ਕਵਿਤਾ ਦੀ ਪਰਿਭਾਸ਼ਾ ਆਪਣੇ ਦਿਮਾਗ ਦੇ ਵਿੱਚ ਉਹੀ ਆਉਂਦਾ ਹੈ, ਕਵਿਤਾ ਜਿਹੜੀ ਇੱਕ ਛੰਦਮਈ ਰਚਨਾ ਹੈ, ਛੰਦਾਬੰਦੀ ਦੇ ਨਿਯਮਾਂ ਵਿੱਚ ਲਿਖੀ ਗਈ ਰਚਨਾ ਨੂੰ ਕਵਿਤਾ ਆਖਦੇ ਹਾਂ। ਆਪਣੇ ਦਿਮਾਗ ਦੇ ਵਿੱਚ ਪਹਿਲੀ ਪਰਿਭਾਸ਼ਾ ਜਾ ਕੇ ਇਹੀ ਵੜਦੀ ਹੈ। ਦੂਸਰੀ ਆ ਜਾਂਦੀ ਹੈ ਜੀ ਕਵਿਤਾ ਇੱਕ ਪਦ ਰਚਨਾ ਹੈ। ਬਿਲਕੁਲ ਸਹੀ, ਕਿਉਂਕਿ ਦੋ ਆਪਾਂ ਕੀ ਕਰਦੇ ਹਾਂ, ਸਾਹਿਤ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ। ਇੱਕ ਨੂੰ ਕਿਹਾ ਜਾਂਦਾ ਗਦ ਸਾਹਿਤ, ਇੱਕ ਨੂੰ ਕਿਹਾ ਜਾਂਦਾ ਪਦ ਸਾਹਿਤ। ਐਂ ਹੈ ਜਦੋਂ ਤੁਸੀਂ ਪੜ੍ਹਦੇ ਹੋ ਹੈ ਨਾ, ਗਦ ਪਦ ਜਿਹਨੂੰ ਆਪਾਂ ਗੱਧਿਆ ਪੱਧਿਆ ਹਿੰਦੀ ਦੇ ਵਿੱਚ ਜਿਹਨੂੰ ਆਪਾਂ ਪੜ੍ਹਦੇ ਹਾਂ ਹੈ ਨਾ। ਹਾਂ ਲਓ ਗੱਲ ਕਰਦੇ ਹਾਂ ਆਪਾਂ ਗਦ ਪਦ ਦੀ। ਹਾਂਜੀ ਲਓ ਵੀ ਗਦ ਪਦ ਜਿਵੇਂ ਹੁੰਦਾ ਹੈ ਨਾ, ਵੀ ਇਹ ਜਿਹੜਾ ਸਾਹਿਤ ਜਿਹੜਾ ਹੈਗਾ ਉਹਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ, ਦੋ ਭਾਗਾਂ ਦੇ ਵਿੱਚ ਕਹਿ ਲਓ ਤੁਸੀਂ ਵੰਡਿਆ ਜਾਂਦਾ ਹੈ। ਇੱਕ ਆਪਾਂ ਕਹਿ ਦਿੰਦੇ ਹਾਂ ਸਾਹਿਤ ਦੀ ਗੱਲ ਕਰ ਰਹੇ ਹਾਂ ਆਪਾਂ, ਹਾਂ ਸਾਹਿਤ। ਇੱਕ ਆਪਾਂ ਕਹਿੰਦੇ ਹੁੰਦੇ ਹਾਂ ਜੀ ਇੱਕ ਤਾਂ ਹੈ ਗਦ, ਗਦ ਇਸ ਤਰ੍ਹਾਂ ਲਿਖਿਆ ਜਾਂਦਾ ਹੈ, ਇਹਨੂੰ ਵਾਰਤਕ ਵੀ ਆਪਾਂ ਕਹਿ ਦਿੰਦੇ ਹਾਂ। ਅਤੇ ਇੱਕ ਆਪਾਂ ਪੜ੍ਹਦੇ ਹੁੰਦੇ ਹਾਂ ਪਦ, ਹੈ ਨਾ। ਪਦ ਤੋਂ ਹੀ ਅੱਗੇ ਜਿਵੇਂ ਪਦਾ ਬਣਿਆ, ਪਦਾ ਪਦੇ ਸ਼ਬਦ ਜਿਨ੍ਹਾਂ ਨੂੰ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਹੈ ਨਾ, ਪਦਾ ਜਾਂ ਸ਼ਬਦ ਵੀ ਲਿਖਿਆ ਜਾਂਦਾ ਇਸ ਦਾ ਹੈ ਨਾ। ਠੀਕ ਹੈ, ਹੁਣ ਗੱਲ ਕਰਦੇ ਹਾਂ। ਲਓ ਸਭ ਤੋਂ ਪਹਿਲਾਂ ਆਪਾਂ ਪੜ੍ਹਨਾ, ਹੁਣ ਗੱਲ ਕਰਦੇ ਹਾਂ ਆਪਾਂ ਕਵਿਤਾ ਦੀ। ਆ ਜਾਓ ਫਿਰ ਹੁਣ ਗੱਲ ਕਰਦੇ ਹਾਂ। ਹਾਂਜੀ, ਕਵਿਤਾ ਨੂੰ ਸਾਹਿਤ ਦਾ ਸਭ ਤੋਂ ਪਹਿਲਾ ਰੂਪ ਸਵੀਕਾਰ ਕੀਤਾ ਜਾਂਦਾ ਹੈ। ਗੱਲ ਬਿਲਕੁਲ ਸਹੀ ਹੈ। ਸਭ ਤੋਂ ਪਹਿਲਾਂ ਜਦੋਂ ਸਾਹਿਤ ਜਨਮ ਲੈਂਦਾ ਤਾਂ ਸਾਹਿਤ ਨੇ ਪਦ ਰੂਪ ਦੇ ਵਿੱਚ ਜਨਮ ਲਿਆ ਹੈ। ਮਤਲਬ ਸਭ ਤੋਂ ਪਹਿਲਾਂ ਜਨਮ ਹੈ ਜਿਹੜਾ ਉਹ ਪਦ ਦਾ ਹੁੰਦਾ। ਗਦ ਦਾ ਜਨਮ ਹੈ ਜਿਹੜਾ, ਵਾਰਤਕ ਸਾਹਿਤ ਦਾ ਜਨਮ ਹੈ ਜਿਹੜਾ ਉਹ ਬਾਅਦ ਵਿੱਚ ਹੁੰਦਾ। ਠੀਕ ਹੈ ਜੀ, ਗੱਲ ਕਲੀਅਰ ਹੈ, ਸਹੀ ਹੈ। ਆਰੰਭ ਤੋਂ ਹੀ ਮਨੁੱਖ ਦੀ ਸੋਝ ਭੁੱਖ ਨੂੰ ਪੂਰਾ ਕਰਦੀ ਹੈ ਤਾਂ ਕਵਿਤਾ ਕਰਦੀ ਹੈ। ਠੀਕ ਹੈ, ਕਵਿਤਾ ਨੂੰ ਸਾਹਿਤ ਦਾ ਸਭ ਤੋਂ ਹਰਮਨ ਪਿਆਰਾ ਰੂਪ ਵੀ ਮੰਨਿਆ ਜਾਂਦਾ ਹੈ। ਸਾਹਿਤ ਦੇ ਜਿੰਨੇ ਵੀ ਰੂਪ ਆ, ਕਵਿਤਾ, ਨਾਵਲ, ਨਾਟਕ, ਕਹਾਣੀ, ਨਿਬੰਧ, ਸਫ਼ਰਨਾਮਾ, ਜੀਵਨੀ, ਸਵੈ ਜੀਵਨੀ, ਰੇਖਾ ਚਿੱਤਰ, ਇਹਨਾਂ ਦੇ ਵਿੱਚੋਂ ਕਵਿਤਾ ਨੂੰ ਸਭ ਤੋਂ ਜ਼ਿਆਦਾ ਹਰਮਨ ਪਿਆਰੀ ਹੈ ਕਵਿਤਾ। ਕਵਿਤਾ ਹਰ ਕਿਸੇ ਨੂੰ ਪਿਆਰੀ ਲੱਗੂਗੀ। ਵਾਰਤਕ ਪੜ੍ਹਨਾ, ਨਿਬੰਧ ਪੜ੍ਹਨਾ, ਮੰਨ ਲਓ ਕੋਈ ਨਾਵਲ ਪੜ੍ਹਨਾ, ਨਾਟਕ ਪੜ੍ਹਨਾ, ਹੋ ਸਕਦਾ ਆਪਾਂ ਸਾਰਿਆਂ ਨੂੰ ਪਿਆਰਾ ਨਾ ਲੱਗੇ, ਪਰ ਕਵਿਤਾ ਤਾਂ ਪਿਆਰੀ ਲੱਗਦੀ ਹੈ। ਹੁਣ ਤੁਸੀਂ ਦੇਖੋ ਸੰਸਕ੍ਰਿਤ ਦੇ ਵਿੱਚ ਕਾਵਿ ਦੇ ਦੋ ਰੂਪ ਹੈ। ਆਪਾਂ ਮਤਲਬ ਦੋ ਰੂਪ ਪੜ੍ਹਦੇ ਹਾਂ ਸਾਹਿਤ ਦੇ, ਇੱਕ ਆਪਾਂ ਗਦ ਪੜ੍ਹਦੇ ਹਾਂ, ਇੱਕ ਆਪਾਂ ਪਦ ਪੜ੍ਹਦੇ ਹਾਂ। ਪਦ ਕਿਹਾ ਜਾਂਦਾ ਛੰਦਾਬੰਦੀ ਦੀ ਰਚਨਾ ਨੂੰ, ਛੰਦਮਈ ਰਚਨਾ ਨੂੰ ਕਹਿ ਦਿੰਦੇ ਹਾਂ ਪਦ। ਅੱਛਾ ਹੁਣ ਤੁਸੀਂ ਇੱਕ ਗੱਲ ਸੁਣੋ, ਅਗਰ ਤੁਹਾਨੂੰ ਕੋਈ ਕਹੇ ਵੀ ਪਦ ਹੈ ਕਿ ਪਦ ਰਚਨਾ ਕਿਹਨੂੰ ਕਿਹਾ ਜਾਂਦਾ, ਤਾਂ ਪਦ ਰਚਨਾ ਹੁੰਦੀ ਹੈ ਜਿਹੜੀ ਛੰਦਮਈ ਰਚਨਾ ਹੋਵੇ, ਉਸ ਨੂੰ ਆਪਾਂ ਕਹਿ ਦਿੰਦੇ ਹਾਂ ਛੰਦਮਈ। ਅੱਛਾ ਛੰਦਮਈ ਰਚਨਾ ਨੂੰ ਕਹਿੰਦੇ ਆ। ਹੁਣ ਗੱਲ ਥੋੜ੍ਹੀ ਜਿਹੀ ਇੱਕ ਸੁਣਨ ਵਾਲੀ ਹੈ ਵੀ ਕਵਿਤਾ ਤਾਂ ਛੰਦਾਬੰਦੀ ਦੇ ਨਿਯਮਾਂ ਤੋਂ ਮੁਕਤ ਵੀ ਲਿਖੀ ਜਾਂਦੀ ਹੈ ਨਾ। ਛੰਦ ਤੋਂ ਮੁਕਤ ਵੀ ਤਾਂ ਕਵਿਤਾ ਲਿਖੀ ਜਾਂਦੀ ਹੈ ਕਿ ਨਹੀਂ? ਅਤੇ ਫਿਰ ਕਵਿਤਾ ਪਦ ਰਚਨਾ ਕਿਵੇਂ ਹੋ ਗਈ, ਛੰਦਮਈ ਰਚਨਾ ਕਿਵੇਂ ਹੋ ਗਈ, ਹੈ ਨਾ। ਇਹ ਜਿਹੜੀ ਪਰਿਭਾਸ਼ਾ ਹੈ ਇਹ ਅਧੂਰੀ ਪਰਿਭਾਸ਼ਾ ਹੈ, ਇਹ ਪੂਰੀ ਨਹੀਂ ਗਈ। ਅਤੇ ਪੂਰੀ ਪਰਿਭਾਸ਼ਾ ਤੁਹਾਨੂੰ ਪਤਾ ਹੀ ਹੈ, ਸਾਹਿਤ ਦੇ ਵਿੱਚ ਖਾਸ ਕਰ ਗੱਲ ਕਰੀਏ ਜਾਂ ਕਿਸੇ ਵੀ ਚੀਜ਼ ਦੀ ਪੂਰੀ ਪਰਿਭਾਸ਼ਾ ਦੇਣੀ ਹੈ ਜਿਹੜੀ ਹਰ ਕਿਸੇ ਭਾਸ਼ਾ ਵਿਗਿਆਨੀ, ਹਰ ਕਿਸੇ ਆਲੋਚਕ, ਹਰ ਕਿਸੇ ਐਕਸਪਰਟ ਦੇ ਵੱਸ ਦੀ ਗੱਲ ਨਹੀਂ ਹੁੰਦੀ। ਬਹੁਤ ਸਾਰੇ ਐਕਸਪਰਟਸ ਦੀ ਰਾਏ ਹੈ ਜਿਹੜੀ ਉਹਨੂੰ ਸਾਹਮਣੇ ਰੱਖਿਆ ਜਾਂਦਾ, ਕਿਉਂਕਿ ਵੇਖਣ ਦਾ ਨਜ਼ਰੀਆ ਜਿਹੜਾ ਐਕਸਪਰਟ ਦਾ ਅਲੱਗ-ਅਲੱਗ ਹੁੰਦਾ ਹੈ। ਹਰ ਚੀਜ਼ ਨੂੰ, ਕਵਿਤਾ ਨੂੰ ਵੇਖਣ ਦਾ ਨਜ਼ਰੀਆ ਹਰ ਕਿਸੇ ਦਾ ਅਲੱਗ ਹੈ। ਇਹਦਾ ਜਿਵੇਂ ਦਾ ਹੀ ਸੋਝ ਸਵਾਦ ਜਿਹੜੇ ਨੇ ਟੈਸਟ ਕੀਤਾ ਅਤੇ ਉਹਨੇ ਉਹੋ ਜਿਹੀ ਪਰਿਭਾਸ਼ਾ ਦੇ ਦਿੱਤੀ ਜਿਹਨੂੰ ਜਿਵੇਂ ਦਾ ਮਜ਼ਾ ਆਇਆ। ਜਿਹੜਾ ਕੋਈ ਛੰਦਾਂ 'ਚ ਜ਼ਿਆਦਾ ਲਿਖਦਾ ਸੀ ਉਹ ਕਹਿੰਦਾ ਜੀ ਕਵਿਤਾ ਛੰਦਮਈ ਰਚਨਾ, ਕਵਿਤਾ ਇੱਕ ਪਦ ਰਚਨਾ। ਹਾਂ ਠੀਕ ਹੈ, ਹੁਣ ਗੱਲ ਤੁਸੀਂ ਧਿਆਨ ਨਾਲ ਸੁਣੋ, ਮੈਂ ਅਗਲੀ ਗੱਲ ਕਹਿਣ ਲੱਗਾ ਜਿਹੜੀ ਆ ਲਓ ਲਿਖ ਹੀ ਦਿੰਦਾ ਮੈਂ ਇੱਥੇ।
ਹਰੇਕ ਪਦ ਰਚਨਾ ਕਵਿਤਾ ਹੁੰਦੀ ਹੈ। ਹਰੇਕ ਪਦ ਰਚਨਾ ਕਵਿਤਾ ਹੁੰਦੀ ਹੈ। ਕਿਉਂ? ਕਿਉਂਕਿ ਕੋਈ ਵੀ ਛੰਦਾਬੰਦੀ ਦੇ ਵਿੱਚ ਲਿਖੋਗੇ ਤੁਸੀਂ, ਹੈ ਨਾ, ਤੇ ਉਹ ਕਵਿਤਾ ਤਾਂ ਹੀ ਕਵਿਤਾ ਹੀ ਹੈ। ਕਵਿਤਾ ਦੇ ਨਾਲ ਹੀ ਇਹ ਸੰਬੰਧ ਹੈ। ਕਵਿਤਾ ਦਾ ਤੱਤ ਹੈ ਇੱਕ ਛੰਦ। ਇਸ ਕਰਕੇ ਛੰਦਮਈ ਕੋਈ ਵੀ ਰਚਨਾ ਲਿਖੋਗੇ ਉਹ ਕਵਿਤਾ ਹੁੰਦੀ ਹੈ। ਇਹ ਗੱਲ ਕਲੀਅਰ ਹੈ ਬਿਲਕੁਲ। ਹਰੇਕ ਪਦ ਰਚਨਾ ਕੋਈ ਵੀ ਤੁਹਾਡੇ ਸਾਹਮਣੇ ਆਊਗੀ। ਪਦ ਰਚਨਾ ਦਾ ਮਤਲਬ ਛੰਦਮਈ ਰਚਨਾ, ਛੰਦਮਈ ਰਚਨਾ। ਪਰ ਹਰੇਕ ਕਵਿਤਾ, ਹਰੇਕ ਮਤਲਬ ਹਰ ਇੱਕ ਕਵਿਤਾ ਪਦ ਰਚਨਾ ਨਹੀਂ ਹੁੰਦੀ। ਕਿਵੇਂ ਲੱਗੀ ਗੱਲ ਮੇਰੀ? ਪਦ ਰਚਨਾ ਨਹੀਂ ਹੁੰਦੀ। ਮੇਰੀ ਤਾਂ ਕੀ ਆ, ਮੈਂ ਤਾਂ ਤੁਹਾਨੂੰ ਦੱਸੀ ਹੈ, ਮੂਲ ਕਿਤਾਬਾਂ ਦੇ ਵਿੱਚ ਲਿਖੀ ਹੋਈ ਹੈ। ਹਾਂ ਨਹੀਂ ਹੁੰਦੀ। ਆ ਲਓ, ਹਰੇਕ ਪਦ ਰਚਨਾ ਕਵਿਤਾ ਹੁੰਦੀ ਹੈ। ਕੋਈ ਵੀ ਛੰਦਮਈ ਚੀਜ਼, ਛੰਦਮਈ ਲਿਖੀ ਹੋਈ ਹੈ ਰਚਨਾ, ਛੰਦਮਈ ਪਦ, ਛੰਦਮਈ ਸ਼ਬਦ ਲਿਖਿਆ ਹੋਇਆ, ਤੁਸੀਂ ਕਹੋਗੇ ਜੀ ਇਹ ਤਾਂ ਕਵਿਤਾ ਹੈ ਨਾ। ਪਰ ਹਰ ਇੱਕ ਕਵਿਤਾ ਹਰ ਕਵਿਤਾ ਛੰਦਮਈ ਥੋੜ੍ਹਾ ਹੁੰਦੀ ਹੈ। ਕਵਿਤਾ ਤਾਂ ਛੰਦ ਮੁਕਤ ਵੀ ਹੁੰਦੀ ਹੈ। ਸਮਝ ਗਏ ਨਾ ਗੱਲ? ਉਹ ਪ੍ਰੋਫੈਸਰ ਪੂਰਨ ਸਿੰਘ ਹੈ ਜਿਹੜਾ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਪਹਿਲਾਂ ਛੰਦਾਬੰਦੀ ਦੇ ਨਿਯਮਾਂ ਨੂੰ ਤਿਆਗਦਾ ਹੈ। ਉਹ ਕਹਿੰਦਾ ਵੀ ਇਹ ਤਾਂ ਨਵਾਬੀ ਜੁੱਤੀ ਦੀ ਕੈਦ ਹੈ ਜੀ। ਇਸ ਕਰਕੇ ਉਹਨੇ ਨਵਾਬੀ ਜੁੱਤੀ ਦੀ ਕੈਦ ਕਹਿ ਕੇ ਛੰਦਾਬੰਦੀ ਦੇ ਨਿਯਮਾਂ ਨੂੰ, ਉਸਨੇ ਛੰਦਾਬੰਦੀ ਦੇ ਵਿੱਚ ਕਵਿਤਾ ਲਿਖੀ ਨਹੀਂ ਕਦੇ, ਛੰਦ ਮੁਕਤ ਕਵਿਤਾ ਲਿਖਦਾ। ਇਹਦਾ ਮਤਲਬ ਕੀ ਹੈ? ਹਰੇਕ ਪਦ ਰਚਨਾ ਕਵਿਤਾ ਹੁੰਦੀ ਹੈ, ਪਰ ਹਰੇਕ ਕਵਿਤਾ ਪਦ ਰਚਨਾ ਨਹੀਂ ਹੋ ਸਕਦੀ। ਛੰਦਮਈ ਥੋੜ੍ਹਾ ਹੋਊਗੀ, ਛੰਦ ਮੁਕਤ ਵੀ ਛੰਦ ਯੁਕਤ ਥੋੜ੍ਹਾ ਹੋਊਗੀ। ਹਰੇਕ ਕਵਿਤਾ ਛੰਦ ਯੁਕਤ ਨਹੀਂ ਗੀ। ਕਿਉਂ? ਕਿਉਂਕਿ ਛੰਦ ਮੁਕਤ ਵੀ ਹੈ। ਇਸ ਕਰਕੇ ਆਹ ਗੱਲ ਆ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਬੇਟਾ ਜੀ, ਬਹੁਤ ਹੀ ਇੰਪੋਰਟੈਂਟ ਗੱਲ ਹੈ। ਠੀਕ ਹੈ ਬਈ ਵਿਦਿਆਰਥੀਓ। ਕਵਿਤਾ ਦਾ ਵੀ ਆਪਦਾ ਇੱਕ ਆਇਆ ਨਾ ਜਿਹੜਾ ਵੀ ਕਵਿਤਾ ਜਿਹੜੀ ਉਹ ਸੋਝ ਭੁੱਖ ਨੂੰ ਪੂਰਾ ਕਰਦੀ ਹੈ। ਦੇਖੋ ਸੋਝ ਭੁੱਖ ਕੀ ਹੁੰਦੀ? ਕਵਿਤਾ ਹੁੰਦੀ ਹੈ ਮਨ ਦੀ ਸੁੰਦਰਤਾ ਦੇ ਨਾਲ ਸੰਬੰਧਿਤ। ਕਵਿਤਾ ਦਾ ਸੰਬੰਧ ਸਾਡੇ ਮਨ ਦੇ ਨਾਲ ਹੁੰਦਾ, ਦਿਲ ਦੇ ਨਾਲ ਹੁੰਦਾ ਕਵਿਤਾ ਦਾ ਸੰਬੰਧ। ਤੇ ਜਿਵੇਂ ਮੰਨ ਲਓ ਵੀ ਪਦ ਕਾਵਿ ਰੂਪ ਦਾ, ਜਾਂ ਕਹਿ ਲਓ ਵੀ ਕਵਿਤਾ ਦਾ ਸੰਬੰਧ ਸਾਡੇ ਮਨ ਜਾਂ ਦਿਲ ਦੇ ਨਾਲ ਹੈ। ਵਾਰਤਕ ਦਾ ਸੰਬੰਧ ਦਿਮਾਗ ਦੇ ਨਾਲ ਕਿਹਾ ਜਾਂਦਾ ਹੈ ਨਾ। ਵਾਰਤਕ ਦਿਮਾਗ, ਜਿਹੜੇ ਸਾਡੇ ਮਨ ਭਾਵ ਪ੍ਰਗਟ ਹੁੰਦੇ ਆ। ਭਾਵ ਤਾਂ ਉਪਜਦੇ ਆ ਦਿਲ ਜਾਂ ਮਨ ਵਿੱਚੋਂ, ਤੇ ਵਿਚਾਰ ਉਪਜਦੇ ਆ ਦਿਮਾਗ ਵਿੱਚੋਂ। ਭਾਵ ਤੇ ਵਿਚਾਰ ਦੋਨੇ ਅਲੱਗ-ਅਲੱਗ ਚੀਜ਼ਾਂ। ਭਾਵ ਵਿਚਾਰ, ਠੀਕ ਹੈ ਬਈ। ਭਾਵ ਤੇ ਵਿਚਾਰ, ਭਾਵਾਂ ਦਾ ਸੰਬੰਧ ਸਾਡੀ ਮਾਨਸਿਕਤਾ ਨਾਲ ਹੈ, ਵਿਚਾਰਾਂ ਦਾ ਸੰਬੰਧ ਸਾਡੀ ਬੁੱਧੀ ਨਾਲ ਹੈ, ਸਾਡੇ ਦਿਮਾਗ ਨਾਲ ਹੈ। ਥੋੜ੍ਹੀ ਜਿਹੀ ਗੱਲ ਇਹ ਵੀ ਧਿਆਨ ਦੇ ਵਿੱਚ ਰੱਖਣੀ ਹੈ ਤੁਸੀਂ। ਆਓ ਹੁਣ ਗੱਲ ਕਰਦੇ ਹਾਂ। ਸੋਝ ਭੁੱਖ ਨੂੰ ਪੂਰਾ ਇਹ ਕਰਦੀ ਹੈ। ਹੁਣ ਹਰ ਕੋਈ ਬੰਦਾ ਸੋਝ ਸਵਾਦ ਦਾ ਰਸੀਆ ਨਹੀਂ ਹੁੰਦਾ। ਹਰ ਕੋਈ ਬੰਦਾ ਸੋਝ ਸਵਾਦ ਦਾ ਰਸੀਆ ਹੋਵੇ ਇਹ ਜ਼ਰੂਰੀ ਨਹੀਂਗਾ। ਹਰ ਬੰਦਾ ਹੀ ਕਵਿਤਾ ਦਾ ਆਨੰਦ ਮਾਣ ਸਕੇ, ਜ਼ਰੂਰੀ ਨਹੀਂਗਾ ਇਹ। ਠੀਕ ਹੈ, ਗੱਲ ਹੈ ਵੀ ਸਾਹਿਤ ਦਾ ਸਭ ਤੋਂ ਹਰਮਨ ਪਿਆਰਾ ਰੂਪ ਹੈ। ਮਤਲਬ ਕੀ ਹੈ ਵੀ 100 ਮਗਰ ਕਹਿ ਲਓ ਵੀ ਤੁਸੀਂ 80 ਬੰਦੇ 100 ਮਗਰ 80 ਬੰਦੇ ਕਵਿਤਾ ਨੂੰ ਪ੍ਰੇਮ ਕਰਨ ਵਾਲੇ ਹੋਣਗੇ, 20 ਨਹੀਂ ਹੋਣਗੇ। ਇਹਦਾ ਮਤਲਬ ਕਿ ਸੋਝ ਸਵਾਦ ਦੇ ਰਸੀਏ 80 ਬੰਦੇ ਹੀ ਹੈ। 80% ਲੋਕ ਹੀ ਆ, 20% ਹੈ ਨਹੀਂ ਗੇ। ਇਸ ਕਰਕੇ ਕੀ ਹੈ ਕਿ ਕਵਿਤਾ ਹੈ ਜਿਹੜੀ, ਹੁਣ ਇਹ ਵੀ ਦੇਖੋ ਗੱਲ ਹੈ। ਹੁਣ ਪ੍ਰੀਖਿਆ ਦੇ ਵਿੱਚ ਸਾਡੇ, ਹੁਣ ਵੇਖ ਲਓ ਤੁਸੀਂ 9ਵੀਂ ਵਾਲੀ ਕਿਤਾਬ ਦੇ ਵਿੱਚ ਜਿਵੇਂ ਉਹ ਟੱਪੇ ਜਾਂ ਕੋਈ ਢੋਲਾ ਦੇ ਰੱਖਿਆ ਨਾ, ਜਿਵੇਂ ਟੱਪੇ ਤੁੱਕੀ ਬੋਲੀ ਜੀ ਜਾਂ ਕੋਈ, ਉਹ ਤਾਂ ਚਲੋ ਠੀਕ ਹੈ, ਕੋਈ ਬਾਹਲਾ ਵੱਡਾ ਲੰਮਾ ਚੌੜਾ ਕੰਮ ਨਹੀਂ। 10ਵੀਂ ਵਾਲੀ ਬੁੱਕ ਦੇ ਵਿੱਚ ਕਵਿਤਾਵਾਂ ਦੇ ਰੱਖੀਆਂ ਹੈ ਨਾ, ਜਿਵੇਂ ਮੱਧਕਾਲ ਦੀਆਂ, ਆਧੁਨਿਕ ਕਾਲ ਦੀਆਂ ਰਲੀਆਂ ਮਿਲੀਆਂ। 11ਵੀਂ ਵਾਲੀ 'ਚ ਮੱਧਕਾਲ ਦੀਆਂ, ਜਿਹੜੀ 12ਵੀਂ ਵਾਲੀ ਬੁੱਕ ਦੇ ਵਿੱਚ ਆਧੁਨਿਕ ਕਾਲ ਦੀਆਂ ਕਵਿਤਾਵਾਂ। ਹੁਣ ਇਹ ਕੀ ਆ ਵੀ ਉਹਦੇ ਹਰ ਕੋਈ ਵਿਦਿਆਰਥੀ ਹੈ ਜਿਹੜਾ, ਹਰ ਕਿਸੇ ਵਿਦਿਆਰਥੀ ਨੂੰ ਇਹ ਪਸੰਦ ਆਵੇ ਕਵਿਤਾ ਪੜ੍ਹਨੀ, ਕਵਿਤਾ ਸੁਣਨੀ, ਕਵਿਤਾ ਬੋਲਣੀ। ਲਾਜ਼ਮੀ ਥੋੜ੍ਹਾ ਹੈ, ਜ਼ਰੂਰੀ ਥੋੜ੍ਹਾ। ਇਸੇ ਕਰਕੇ ਹੀ ਇੱਕ ਪ੍ਰਸਿੱਧ ਭਾਸ਼ਾ ਵਿਗਿਆਨੀ ਹੋਇਆ ਰਾਏਬਰਨ ਨੇ ਕਵਿਤਾ ਨੂੰ ਪ੍ਰੀਖਿਆ ਵਿੱਚੋਂ ਕੱਢਣ ਦੀ ਸਿਫਾਰਿਸ਼ ਕੀਤੀ ਹੈ। ਰਾਏਬਰਨ ਨੇ, ਉਹ ਕਹਿੰਦਾ ਵੀ ਕਵਿਤਾ ਨੂੰ ਪ੍ਰੀਖਿਆ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਪ੍ਰੀਖਿਆ 'ਚੋਂ, ਐਗਜ਼ਾਮ 'ਚੋਂ, ਕਿਉਂਕਿ ਹਰ ਕੋਈ ਜਿਹੜਾ ਉਹ ਸੋਝ ਸਵਾਦ ਦਾ ਰਸੀਆ ਨਹੀਂਗਾ। ਇਹ ਹਰ ਕੋਈ ਇਹਦਾ ਆਨੰਦ ਨਹੀਂ ਮਾਣ ਸਕਦਾ, ਹਰ ਕਿਸੇ ਦੇ ਸਮਝ ਨਹੀਂ ਆਉਂਦੀ ਇਹ ਚੀਜ਼। ਇਸ ਕਰਕੇ ਰਾਏਬਰਨ ਨੇ ਕਵਿਤਾ ਨੂੰ ਕੀ ਕੀਤਾ ਹੈ, ਕਵਿਤਾ ਨੂੰ ਐਗਜ਼ਾਮ ਦੇ ਵਿੱਚੋਂ, ਪ੍ਰੀਖਿਆ ਦੇ ਵਿੱਚੋਂ ਕੱਢਣ ਦੀ ਸਿਫਾਰਿਸ਼ ਕੀਤੀ ਹੈ। ਤੁਹਾਡੀ ਗੱਲ ਯਾਦ ਰੱਖਣੀ ਹੈ ਤੁਸੀਂ, ਕਿਉਂਕਿ ਵਿਦਿਆਰਥੀ ਹੈ ਜਿਹੜੇ ਉਹ ਕਵੀ ਦੇ ਭਾਵਾਂ ਤੱਕ ਨਹੀਂ ਪਹੁੰਚ ਸਕਦੇ ਹੈ ਨਾ। ਕਵੀ ਦੇ ਭਾਵ ਛੁਪੇ ਹੁੰਦੇ ਆ ਕਵਿਤਾ ਦੇ। ਜਿਹੜਾ ਮਤਲਬ ਕਿ ਕਵਿਤਾ ਦਾ ਸ਼ਾਬਦਿਕ ਅਰਥ ਇੱਕ ਹੋਰ ਹੁੰਦਾ, ਅੰਦਰੂਨੀ ਅਰਥ ਹੋਰ ਹੁੰਦਾ। ਕਵਿਤਾ ਦੇ ਵਿੱਚ ਕਵੀ ਕੀ ਕਹਿਣਾ ਚਾਹੁੰਦਾ ਹੁੰਦਾ, ਉਹਨੂੰ ਕਿਹਾ ਜਾਂਦਾ ਕਵੀ ਦੇ ਭਾਵ।
ਕਵੀ ਦੇ ਭਾਵਾਂ ਤੱਕ ਵਿਦਿਆਰਥੀ ਹਰ ਕੋਈ ਪਹੁੰਚੇ ਜ਼ਰੂਰੀ ਨਹੀਂਗਾ। ਇਸ ਕਰਕੇ ਰਾਇਬਰਨ ਕਹਿੰਦਾ ਵੀ ਹਰ ਕੋਈ ਵਿਦਿਆਰਥੀ ਪਹੁੰਚ ਨਹੀਂ ਸਕਦਾ। ਇਸ ਕਰਕੇ ਇਸ ਨੂੰ ਕਵਿਤਾ ਨੂੰ ਜਿਹੜੇ ਮਤਲਬ ਸਾਡੀਆਂ ਪ੍ਰੀਖਿਆਵਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚੋਂ ਕੱਢਣ ਦੀ ਉਹਨੇ ਸਿਫਾਰਿਸ਼ ਕੀਤੀ ਹੈ। ਚੇਤੇ ਰੱਖਣੀ ਹੈ ਤੁਸੀਂ ਗੱਲ, ਪ੍ਰਸ਼ਨ ਆਇਆ ਹੋਇਆ। ਅੱਛਾ, ਜਦੋਂ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਸਾਹਿਤ ਦੇ ਦੋ ਰੂਪਾਂ ਦੇ ਵਿੱਚ ਆਪਣੇ ਸਾਡੇ ਸਾਹਮਣੇ ਆਉਂਦਾ। ਸਾਹਿਤ ਦਾ ਹੁੰਦਾ ਹੈ ਸਿਸਟਮ, ਦੇਖੋ ਕਿਵੇਂ। ਇੱਕ ਤਾਂ ਕਿਹਾ ਜਾਂਦਾ ਹੈ ਕਲਾ ਕਲਾ ਲਈ, ਇੱਕ ਕਲਾ ਕਲਾ ਲਈ। ਸਾਹਿਤ ਇੱਕ ਕਲਾ ਹੈ, ਸਾਹਿਤ ਇੱਕ ਕੋਮਲ ਕਲਾ ਹੈ। ਸਾਹਿਤ ਨੂੰ ਕੋਮਲ ਕਲਾ ਕਿਹਾ ਜਾਂਦਾ ਹੈ ਨਾ। ਕਲਾ ਕਲਾ ਲਈ ਇੱਕ ਸਿਧਾਂਤ ਤੁਸੀਂ ਪੜ੍ਹਦੇ ਆ, ਇੱਕ ਸਿਧਾਂਤ ਤੁਸੀਂ ਪੜ੍ਹਦੇ ਆ ਕਲਾ ਜੀਵਨ ਲਈ। ਇੱਕ ਸਿਧਾਂਤ ਤੁਸੀਂ ਪੜ੍ਹਦੇ ਆ ਕਲਾ ਜੀਵਨ ਲਈ। ਵੈਸੇ ਹੀ ਗੱਲ ਇੱਕ ਵਿੱਚ ਯਾਦ ਆ ਗਈ ਮੈਨੂੰ, ਮੈਂ ਤੁਹਾਨੂੰ ਵੈਸੇ ਹੀ ਦੱਸਣ ਲੱਗਿਆ। ਹਾਂ, ਹੁਣ ਕਲਾ ਕਲਾ ਲਈ ਦਾ ਮਤਲਬ ਕੀ ਹੈ ਵੀ ਕਵਿਤਾ ਜੋ ਰਚਨਾ ਕੀਤੀ ਗਈ ਹੈ ਜਿਹੜੀ ਕਵਿਤਾ ਦੀ, ਉਹਦਾ ਉਦੇਸ਼ ਸਿਰਫ ਕਵਿਤਾ ਹੋਣਾ ਚਾਹੀਦਾ ਹੈ। ਕਲਾ ਦਾ ਉਦੇਸ਼ ਸਿਰਫ ਕਲਾ ਤੱਕ ਸੀਮਿਤ ਹੋਵੇ। ਜਦੋਂ ਕਵਿਤਾ ਦਾ ਉਦੇਸ਼ ਸਿਰਫ ਕਵਿਤਾ, ਵੀ ਮਤਲਬ ਕੀ ਆ ਵੀ ਕੋਈ ਬੰਦਾ ਕਵਿਤਾ ਪੜ੍ਹੇ ਉਹ ਬਸ ਉਸ ਚੀਜ਼ ਦਾ ਆਨੰਦ ਰਸ ਮਾਣੇ ਤੇ ਲਓ ਜੀ ਇਹਨੂੰ ਕਿਹਾ ਜਾਂਦਾ ਕਲਾ ਕਲਾ ਲਈ। ਕਈ ਜਿਹੜੇ ਹੈਗੇ ਆ, ਕਈ ਕਵੀ ਆ ਜਿਹੜੇ ਉਹ ਕਲਾ ਕਲਾ ਲਈ ਸਿਧਾਂਤ ਨੂੰ ਵਰਤਦੇ ਆ, ਪਰ ਕਈ ਇਸ ਤਰ੍ਹਾਂ ਦੇ ਵੀ ਕਵੀ, ਇਸ ਤਰ੍ਹਾਂ ਦੇ ਵੀ ਰਚਨਾਕਾਰ ਹੈ ਜਿਹੜੇ ਕਹਿੰਦੇ ਨਹੀਂ ਜੀ ਕਲਾ ਜੀਵਨ ਲਈ ਹੋਣੀ ਚਾਹੀਦੀ ਹੈ। ਵੀ ਕਵਿਤਾ ਜਦੋਂ ਜੀਵਨ ਨੂੰ ਸੇਧ ਦੇਣ ਵਾਲੀ ਲਿਖੀ ਜਾਵੇ, ਜੀਵਨ ਨੂੰ ਸੇਧ ਕਹਿ ਲਓ ਤੁਸੀਂ, ਜੀਵਨ ਦੇ ਨਾਲ ਸੰਬੰਧਿਤ ਕਹਿ ਲਓ ਤੁਸੀਂ, ਕੋਈ ਸਮੱਸਿਆਵਾਂ ਨੂੰ ਜਦੋਂ ਕਵਿਤਾ ਪ੍ਰਗਟ ਕਰੇ ਤਾਂ ਉਹਨੂੰ ਕਿਹਾ ਜਾਂਦਾ ਹੈ ਕਲਾ ਜੀਵਨ ਲਈ। ਕਲਾ ਕਲਾ ਲਈ, ਕਲਾ ਜੀਵਨ ਲਈ। ਪਹਿਲਾਂ ਕਲਾ ਕਲਾ ਲਈ ਹੁੰਦੀ ਸੀਗੀ, ਕਲਾ ਨੂੰ ਸਿਰਫ ਕਲਾ ਤੱਕ ਸੀਮਿਤ ਰੱਖਿਆ ਜਾਂਦਾ ਸੀ। ਬਾਅਦ ਵਿੱਚ ਜਦੋਂ ਜਿਵੇਂ ਸਾਡੇ ਜਿਵੇਂ ਉਹ ਸੰਤ ਸਿੰਘ ਸੇਖੋਂ ਵਰਗਾ ਹੈ ਨਾ, ਜਿਹੜਾ ਹੈਗਾ ਮਤਲਬ ਕੀ ਹੈ ਵੀ ਰਚਨਾਕਾਰ ਹੈ ਜਿਹੜਾ, ਤਾਂ ਉਹਦਾ ਮਤਲਬ ਕੀ ਹੋ ਜਾਂਦਾ, ਉਹ ਕਹਿੰਦਾ ਵੀ ਇਸ ਕਲਾ ਜੀਵਨ ਲਈ ਹੋਣੀ ਚਾਹੀਦੀ ਹੈ। ਉਹ ਅਪਣਾ ਲੈਂਦਾ ਇਸ ਚੀਜ਼ ਨੂੰ, ਹੈ ਨਾ। ਹਾਂ, ਪ੍ਰਗਤੀਵਾਦੀ ਵਿਚਾਰਧਾਰਾ ਜਿਹੜੀ, ਪ੍ਰਗਤੀਵਾਦੀ ਵਿਚਾਰਧਾਰਾ ਜਿਹੜੀ ਉਹ ਇਹ ਗੱਲ ਕਹਿੰਦੀ ਆ ਵੀ ਕਲਾ ਜੀਵਨ ਲਈ ਹੋਣੀ ਚਾਹੀਦੀ ਹੈ। ਰੋਮਾਂਸਵਾਦੀ ਜਿਹੜੀ ਵਿਚਾਰਧਾਰਾ ਕਹਿ ਲਓ ਤੁਸੀਂ, ਉਹ ਕਹਿੰਦੇ ਵੀ ਕਲਾ ਕਲਾ ਲਈ ਹੋਣੀ ਚਾਹੀਦੀ ਹੈ, ਕੋਈ ਦਿੱਕਤ ਨਹੀਂ। ਕਹਿੰਦੇ ਕਲਾ ਨੂੰ ਭਾਈ ਵੀਰ ਸਿੰਘ ਵਰਗਿਆਂ ਨੇ ਕਲਾ ਨੂੰ ਕਲਾ ਤੱਕ ਹੀ ਸੀਮਿਤ ਰੱਖਿਆ। ਉਹਨਾਂ ਨੇ ਮਤਲਬ ਸਿਰਫ ਆਨੰਦ ਮਾਣਿਆ ਇਸ ਚੀਜ਼ ਦਾ, ਹੈ ਨਾ। ਅਤੇ ਪਰ ਜਿਵੇਂ ਕਲਾ ਜੀਵਨ ਲਈ ਦਾ ਮਤਲਬ ਵੀ ਜਿਵੇਂ ਕਈ ਹੁੰਦੇ ਆ ਜਿਹੜੇ ਜੀਵਨ ਦੇ ਸੰਘਰਸ਼ਾਂ ਨੂੰ ਪੇਸ਼ ਕਰਦੇ ਆ, ਕ੍ਰਾਂਤੀਕਾਰੀ ਕਵਿਤਾਵਾਂ ਲਿਖਦੇ ਆ, ਇਹਦਾ ਮਤਲਬ ਉਹ ਹੈਗੇ ਆ ਕਲਾ ਜੀਵਨ ਲਈ। ਹੁਣ ਆ ਜਾਓ ਆਪਣੇ ਚੈਪਟਰ 'ਤੇ। ਆ ਗੱਲ ਉਤਲੀ ਕਲੀਅਰ ਹੈ ਤੁਹਾਡੀ। ਅਰਥ ਅਤੇ ਪਰਿਭਾਸ਼ਾ ਦੇਖ ਲਓ। ਕਵਿਤਾ ਹੈ ਜਿਹੜੀ ਉਹ ਇੱਕ ਸ਼ਬਦ ਕਲਾ ਹੈ। ਵਾਕਈ ਸਹੀ ਗੱਲ ਹੈ, ਸ਼ਬਦਾਂ ਦੀ ਖੇਡ ਹੈ, ਸ਼ਬਦਾਂ ਦੀ ਕਲਾ ਹੈ, ਸ਼ਬਦਾਂ ਦੀ ਜੜਤ ਹੈ ਇੱਕ ਤਰ੍ਹਾਂ ਦੀ, ਹੈ ਨਾ। ਸ਼ਬਦ ਜੜੇ ਹੋਏ ਆ। ਮਨੁੱਖੀ ਅਨੁਭਵ ਨੂੰ ਪ੍ਰਤੀਬਿੰਬਿਤ ਕੀਤਾ ਜਾਂਦਾ ਹੈ। ਕਵਿਤਾ ਤੋਂ ਭਾਵ ਅਜਿਹੀ ਸ਼ਬਦ ਰਚਨਾ ਹੈ, ਸ਼ਬਦ ਕਲਾ ਹੈ, ਸ਼ਬਦ ਰਚਨਾ ਹੈ। ਆਹ ਦੇਖੋ ਸ਼ਬਦਾਵਲੀ ਦਾ ਧਿਆਨ ਰੱਖਿਓ ਤੁਸੀਂ। ਕਵਿਤਾ ਇੱਕ ਸ਼ਬਦ ਕਲਾ ਹੈ, ਸ਼ਬਦ ਰਚਨਾ ਹੈ ਜਿਸ ਵਿੱਚ ਜਜ਼ਬਾ, ਖਿਆਲ, ਲੈ ਤਾਲ ਅਤੇ ਕਲਪਨਾ ਦਾ ਸੁੰਦਰ ਸੁਮੇਲ ਹੋਵੇ। ਆ ਚੱਕੋ, ਚਾਰ ਚੀਜ਼ਾਂ ਲਿਖੀਆਂ ਤੁਹਾਡੀ 12ਵੀਂ ਵਾਲੀ ਬੁੱਕ ਦੇ ਵਿੱਚ, ਜਜ਼ਬਾ, ਖਿਆਲ, ਲੈ ਤਾਲ ਅਤੇ ਕਲਪਨਾ। ਕਲਪਨਾ ਤੋਂ ਬਿਨਾਂ ਤਾਂ ਆਪਾਂ ਕਲਪਨਾ ਹੀ ਨਹੀਂ ਕਰ ਸਕਦੇ ਕਵਿਤਾ ਦੀ, ਹੈ ਕਿ ਨਹੀਂ। ਹੁਣ ਇਹਦੇ ਵਿੱਚ ਕੀ ਆ, ਚਾਰ ਜਿਹੜੇ ਸ਼ਬਦ ਲਿਖੇ ਹੋਏ ਆ ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਵੀ ਕਵਿਤਾ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ। ਪ੍ਰਸ਼ਨ ਬਣੇ ਅਗਰ ਤਾਂ ਉਹ ਬਣੂਗਾ ਜੀ ਚਾਰ ਚੀਜ਼ਾਂ ਦਾ, ਜਜ਼ਬਾ, ਖਿਆਲ, ਲੈ ਤਾਲ ਅਤੇ ਕਲਪਨਾ। ਹੁਣ ਤੁਸੀਂ ਕਹੋਗੇ ਸਰ ਜੀ ਲੈ ਤਾਲ ਇਹਦੇ ਵਿੱਚ ਕਿਵੇਂ ਆ ਗਿਆ। ਹਾਂ, ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀਗੀ ਵੀ ਜਿਹੜੀ ਕਵਿਤਾ ਹੈ, ਕੋਈ ਵੀ ਕਵਿਤਾ ਹੈ ਜਿਹੜੀ, ਉਹ ਜ਼ਰੂਰੀ ਨਹੀਂ ਵੀ ਉਹਦੇ ਵਿੱਚ ਛੰਦ ਹੋਵੇ। ਛੰਦ ਦਾ ਮਤਲਬ ਹੁੰਦਾ ਹੈ ਵੀ ਕਵਿਤਾ ਦੇ ਵਿੱਚ ਉਹ ਸ਼ਬਦਾਂ ਦੀ ਜੜਤ ਹੈ ਜਿਹੜੇ ਅੰਦਰ ਅੱਖਰ ਦੇ ਰੱਖੇ ਆ, ਕਵਿਤਾ ਦੇ ਸ਼ਬਦ ਅੱਖਰ ਜੋ ਵੀ ਹੈ ਉਹਨਾਂ ਦੀ ਜੜਤ ਇਸ ਤਰ੍ਹਾਂ ਦੀ ਵੀ ਜਦੋਂ ਤੁਸੀਂ ਪੜ੍ਹੋ ਅਤੇ ਤੁਹਾਡੇ ਅੰਦਰ ਇੱਕ ਲੈ ਤਾਲ ਪੈਦਾ ਹੋਵੇ, ਇੱਕ ਲੈ ਪੈਦਾ ਹੋਵੇ। ਕਵਿਤਾ ਨੂੰ ਆਪਾਂ ਪੜ੍ਹਦੇ ਹਾਂ, ਵਾਰਤਕ ਵਾਂਗੂ ਤਾਂ ਕਦੇ ਨਹੀਂ ਪੜ੍ਹੀ ਜਾਂਦੀ। ਕਵਿਤਾ ਅਤੇ ਵਾਰਤਕ ਦਾ ਫਰਕ ਹੀ ਇਹ ਹੈ ਵੀ ਜਦੋਂ ਆਪਾਂ ਕਵਿਤਾ ਪੜ੍ਹਦੇ ਹਾਂ ਉਹਦੇ ਅੰਦਰ, ਉਹਦੇ ਲਾਸਟ ਦੇ ਵਿੱਚ ਜਿਵੇਂ ਕਾਫੀਏ ਰਦੀਫ ਹੁੰਦੇ ਆ, ਹੈ ਨਾ, ਕਾਫੀਏ ਆਪਸ ਦੇ ਵਿੱਚ ਮਿਲਦੇ ਆ, ਹੈ ਨਾ। ਹੈ ਨਾ, ਵੀ ਜਿਵੇਂ ਮੰਨ ਲਓ ਪਹਿਲਾ ਸ਼ਬਦ ਆਪ ਜਿਵੇਂ ਲਾਸਟ ਵਾਲਾ ਮੋਲ ਆ ਗਿਆ ਤਾਂ ਅਗਲੀ ਪੰਕਤੀ ਦਾ ਲਾਸਟ ਆਊਗਾ ਤੋਲ, ਝੋਲ, ਖੋਲ, ਇਸ ਤਰ੍ਹਾਂ ਸ਼ਬਦ ਆਉਣਗੇ। ਇਹਨੂੰ ਕਿਹਾ ਜਾਂਦਾ ਹੈ ਵੀ ਇੱਕ ਮਤਲਬ ਕਾਫੀਆ ਜਿਹੜਾ ਉਹਦੀ ਇੱਕ ਮਿਲਾਨ ਹੈ ਉਹਨਾਂ ਦਾ ਆਪਸ ਦੇ ਵਿੱਚ। ਹੁਣ ਇਹ ਕੀ ਹੈ ਵੀ ਹੁਣ ਛੰਦਮਈ, ਸਾਰੀਆਂ ਕਵਿਤਾਵਾਂ ਛੰਦਮਈ ਤਾਂ ਹੈ ਨਹੀਂ ਗੀਆਂ, ਇਸ ਕਰਕੇ ਛੰਦਾਬੰਦੀ ਦੀ ਥਾਂ 'ਤੇ ਕਿਹੜੀ ਚੀਜ਼ ਕੰਮ ਕਰਦੀ ਹੁੰਦੀ ਹੈ, ਲੈ ਜਾਂ ਤਾਲ। ਇਹ ਦੋਨੇ ਚੀਜ਼ਾਂ, ਠੀਕ ਹੈ ਜੀ। ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ।
ਹੁਣ ਅਗਲੀ ਗੱਲ ਕਰਦੇ ਹਾਂ ਪ੍ਰੋਫੈਸਰ ਪੂਰਨ ਸਿੰਘ ਦੀ। ਪ੍ਰੋਫੈਸਰ ਪੂਰਨ ਸਿੰਘ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਵੀ ਇੱਕ ਇਹੋ ਜਿਹਾ ਕਵੀ ਹੈ ਵੀ ਜਿਹਨੇ ਛੰਦਾਬੰਦੀ ਦੇ ਨਿਯਮਾਂ ਨੂੰ ਇਹ ਕਹਿੰਦਾ ਵੀ ਇੱਕ ਨਵਾਬੀ ਜੁੱਤੀ ਦੀ ਕੈਦ ਹੈ, ਵੀ ਛੰਦਾਬੰਦੀ ਦੇ ਵਿੱਚ ਮੈਂ ਕਵਿਤਾ ਲਿਖਣੀ ਨਹੀਂ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਇਹਨੇ ਛੰਦਾਬੰਦੀ ਨੂੰ ਨਵਾਬੀ ਜੁੱਤੀ ਦੀ ਕੈਦ ਕਹਿ ਕੇ ਠੁਕਰਾਤਾ। ਇਹ ਕਹਿੰਦਾ ਵੀ ਨਵਾਬ ਦੇ ਜੁੱਤੀ ਪਾਈ ਬੜੀ ਸੋਹਣੀ ਲੱਗਦੀ ਹੋਊਗੀ, ਪਰ ਜਦੋਂ ਉਹਦੇ ਜੁੱਤੀ ਲੱਗਦੀ ਹੈ ਨਾ, ਜਦੋਂ ਉਹਦੇ ਫਿਰ ਉਹ ਨਵਾਬ ਨੂੰ ਹੀ ਪਤਾ ਉਹਦਾ ਦਰਦ ਵੀ ਕਿੱਥੇ ਹੁੰਦਾ। ਇਸ ਕਰਕੇ ਪ੍ਰੋਫੈਸਰ ਪੂਰਨ ਸਿੰਘ ਦੀ ਪਰਿਭਾਸ਼ਾ ਵੀ ਸੁਣ ਲਓ ਕੀ ਕਹਿੰਦਾ। ਉਹ ਕਹਿੰਦਾ ਵੀ ਪਿਆਰ ਵਿੱਚ ਮੋਏ, ਮੋਏ ਮਤਲਬ ਹੁੰਦਾ ਮਰ ਗਏ, ਮਰੇ ਮੋਏ, ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨਾਂ ਨੂੰ ਕਵਿਤਾ ਕਿਹਾ ਹੈ। ਇਹ ਕਿਹਨੇ ਕਿਹਾ ਹੈ ਜੀ? ਪ੍ਰੋਫੈਸਰ ਪੂਰਨ ਸਿੰਘ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਵੀ ਕਵਿਤਾ ਹੈ ਜਿਹੜੀ ਉਹ ਕੌਣ ਲਿਖ ਸਕਦਾ? ਜਿਹੜਾ ਬੰਦਾ ਪਿਆਰ ਦੇ ਵਿੱਚ ਮੋ ਗਿਆ। ਤੇ ਮਿੱਠੇ ਬਚਨ ਕਿਹਦੇ ਹੋ ਸਕਦੇ ਆ? ਜਿਹੜਾ ਬੰਦਾ ਪਿਆਰ ਦੇ ਵਿੱਚ ਮੋ ਗਿਆ। ਪਿਆਰ ਵੀ ਕਈ ਤਰ੍ਹਾਂ ਦੇ ਆ, ਕਿਤੇ ਪਿਆਰ ਜਦੋਂ ਸ਼ਬਦ ਆਉਂਦਾ ਉਦੋਂ ਸਿੱਧਾ ਹੀ ਉੱਥੇ ਨਾ ਵੱਜਿਆ ਕਰੋ। ਪਿਆਰ ਕਈ ਪ੍ਰਕਾਰ ਦੇ ਹੁੰਦੇ ਆ, ਜਿਵੇਂ ਹਰ ਇੱਕ ਚੀਜ਼ ਨੂੰ ਸੁੰਦਰਤਾ ਦੇ ਨਾਲ ਦੇਖਣਾ, ਸੁੰਦਰਤਾ ਦੀਆਂ ਨਜ਼ਰਾਂ ਦੇ ਨਾਲ ਦੇਖਣਾ। ਹਰ ਇੱਕ ਚੀਜ਼ ਨੂੰ ਪਿਆਰ ਕਈ ਪ੍ਰਕਾਰ ਦਾ ਹੋ ਸਕਦਾ। ਕਿਤਾਬਾਂ ਦੇ ਨਾਲ ਪਿਆਰ ਹੋ ਸਕਦਾ, ਭੈਣ ਭਰਾ ਦਾ ਆਪਸੀ ਪਿਆਰ ਹੈ, ਮਾਤਾ ਪਿਤਾ ਦਾ, ਸਾਡਾ ਆਪਣੇ ਮਾਂ ਪਿਓ ਦੇ ਨਾਲ, ਸਾਡਾ ਆਪਣੇ ਦੋਸਤਾਂ ਦੇ ਨਾਲ ਪ੍ਰੇਮ ਹੈ ਜਿਹੜਾ, ਇਹ ਸਾਰੀਆਂ ਜਿਹੜੇ ਇਹ ਪਿਆਰ ਦੀ ਮਾਇਨੇ ਬਹੁਤ ਲੰਮੇ ਚੌੜੇ ਹੈ। ਕਿਤੇ ਪਿਆਰ ਨੂੰ ਆਸ਼ਕੀ ਤੱਕ ਸੀਮਿਤ ਨਾ ਕਰ ਲਿਆ ਕਰੋ। ਹਾਂ, ਅੱਗੇ ਗੱਲ ਕਰਦੇ ਆਪਾਂ। ਕਵਿਤਾ ਹੈ ਜਿਹੜੀ ਉਹ ਦਿਲ ਦੀ ਬੋਲੀ ਹੈ। ਬਿਲਕੁਲ ਸਹੀ ਗੱਲ ਹੈ। ਦੂਜੇ ਪਾਸੇ ਨਾਲ ਨਾਲ ਮੈਂ ਕੰਪੈਰੀਜ਼ਨ ਵੀ ਕਰਦਾ ਜਾਂਦਾ ਵੀ ਜੇ ਕਵਿਤਾ ਦਿਲ ਦੀ ਬੋਲੀ ਹੈ ਤਾਂ ਵਾਰਤਕ ਹੈਗੀ ਹੈ ਦਿਮਾਗ ਦੀ ਬੋਲੀ। ਜਿੰਨਾ ਚਿਰ ਤੁਹਾਡੇ ਦਿਲ ਦੇ ਵਿੱਚ ਭਾਵ ਪ੍ਰਗਟ ਨਹੀਂ ਹੁੰਦੇ ਤੁਸੀਂ ਕਵਿਤਾ ਲਿਖ ਨਹੀਂ ਸਕਦੇ। ਤੁਹਾਨੂੰ ਕਵਿਤਾ ਸੁਣਨੀ ਪਸੰਦ ਨਹੀਂ ਆਊਗੀ, ਨਾ ਤੁਸੀਂ ਕਵਿਤਾ ਬੋਲ ਸਕਦੇ ਹੋ। ਇਸ ਕਰਕੇ ਕਵਿਤਾ ਹੈ ਜਿਹੜੀ ਇਹ ਦਿਲ ਦੀ ਬੋਲੀ ਹੈ। ਕਵਿਤਾ ਦੀ ਆਵਾਜ਼ ਲੋਕ ਆਤਮਾ ਦੀ ਆਵਾਜ਼ ਹੈ। ਠੀਕ ਹੈ, ਨੋਰਮਲ ਜੀ ਗੱਲ ਹੈ। ਕਵਿਤਾ ਵਿੱਚ ਸੋਹਣੇ ਬਿੰਬਾਂ ਜਾਂ ਸ਼ਬਦ ਚਿੱਤਰਾਂ ਦੁਆਰਾ ਆਪਣੇ ਵਿਚਾਰਾਂ ਤੇ ਮਨੁੱਖੀ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਕਵਿਤਾ ਦੇ ਵਿੱਚ ਮਨੁੱਖੀ ਭਾਵਾਂ ਦਾ ਪ੍ਰਗਟਾਵਾ ਸਿੱਧਾ ਨਹੀਂ ਕੀਤਾ ਜਾਂਦਾ ਹੁੰਦਾ ਕਦੇ ਵੀ। ਵਾਰਤਕ ਦੇ ਵਿੱਚ ਸਿੱਧਾ ਹੀ ਲਿਖਿਆ ਜਾਂਦਾ। ਵਾਰਤਕ ਦੇ ਵਿੱਚ ਸਿੱਧਾ ਵੀ ਮੈਂ ਬੜਾ ਦੁਖੀ ਹਾਂ, ਹੈ ਨਾ, ਐਵੇਂ ਲਿਖਤਾ। ਪਰ ਜਦੋਂ ਕਵਿਤਾ ਲਿਖੂਗਾ ਕੋਈ ਕਵੀ ਤੇ ਉਹ ਸਿੱਧਾ ਨਹੀਂ ਕਹੂਗਾ, ਫਿਰ ਉਹ ਇੱਕ ਦੁੱਖ ਭਰੀ ਕਵਿਤਾ ਲਿਖੂਗਾ, ਇੱਕ ਹਿਜਰ ਦੀ ਵਿਛੋੜੇ ਦੀ ਕਵਿਤਾ ਲਿਖੂਗਾ। ਫਿਰ ਉਹਨੂੰ ਪੜ੍ਹ ਕੇ ਕਵੀ ਦੇ ਭਾਵਾਂ ਤੱਕ ਆਪਾਂ ਪਹੁੰਚਾਂਗੇ। ਬਸ ਇਸੇ ਨੂੰ ਹੀ ਕਿਹਾ ਜਾਂਦਾ ਸੋਹਣੇ ਬਿੰਬ ਜਾਂ ਸ਼ਬਦ ਚਿੱਤਰ। ਕਵੀ ਆਪਣੀ ਗੱਲ ਨੂੰ ਸਿੱਧੇ ਢੰਗ ਨਾਲ ਕਦੇ ਨਹੀਂ ਕਹਿੰਦਾ। ਕਵੀ ਕੀ ਕਰਦਾ ਹੈ? ਵਕਰੋਕਤੀ ਦਾ ਸਹਾਰਾ ਲੈਂਦਾ ਹੈ। ਵਕਰੋਕਤੀ ਦਾ ਮਤਲਬ ਹੁੰਦਾ ਹੈ ਆਪਣੀ ਗੱਲ ਨੂੰ ਟੇਢੇ ਢੰਗ ਨਾਲ ਕਹਿਣਾ। ਵਕਰੋਕਤੀ ਦਾ ਸਹਾਰਾ ਇਹੀ ਹੁੰਦੇ ਆ ਬਿੰਬ ਜਾਂ ਸ਼ਬਦ ਚਿੱਤਰ। ਆ ਜਾਓ ਅਗਲੀ ਗੱਲ ਕਰਦੇ ਹਾਂ। ਕਵਿਤਾ ਮਨੁੱਖੀ ਮਨ ਦੀਆਂ ਸ੍ਰੇਸ਼ਟ ਤੇ ਤੀਬਰ ਭਾਵਨਾਵਾਂ ਦਾ ਪ੍ਰਗਟਾਵਾ। ਬਿਲਕੁਲ ਸਹੀ ਹੈ, ਤੀਬਰ ਭਾਵਨਾਵਾਂ ਹੋਣੀਆਂ ਚਾਹੀਦੀਆਂ। ਹਾਂ, ਭਾਵਾਂ ਦੀ ਰਸਮਈ ਤੇ ਲੈ ਆਤਮਕ ਅਭਿਵਿਅਕਤੀ ਨੂੰ ਹੀ ਕਵਿਤਾ ਕਿਹਾ ਜਾਂਦਾ। ਇੱਕ ਇੱਕ ਸ਼ਬਦ ਚੁਣਿਆ ਹੋਇਆ ਬੜਾ ਸ਼ਾਨਦਾਰ ਤਰੀਕੇ ਨਾਲ ਲਿਖਿਆ। ਹਾਂਜੀ, ਪਰਿਭਾਸ਼ਾ ਦੀ ਗੱਲ ਕਰਦੇ ਹਾਂ। ਕਾਰਲਾਈਲ ਦੀ ਪਰਿਭਾਸ਼ਾ। ਕਾਰਲਾਈਲ ਕੀ ਕਹਿ ਰਿਹਾ? ਕਾਰਲਾਈਲ ਕਹਿੰਦਾ ਜੀ ਕਵਿਤਾ ਇੱਕ ਗਾਉਂਦਾ ਜਜ਼ਬਾ ਹੈ। ਕਵਿਤਾ ਇੱਕ ਗਾਉਂਦਾ ਜਜ਼ਬਾ ਹੈ। ਦੂਸਰੇ ਤਰ੍ਹਾਂ ਦੀ ਪਰਿਭਾਸ਼ਾ ਵੀ ਆ ਇਹਦੀ। ਇਹ ਗਾਉਂਦਾ ਜਜ਼ਬਾ ਤਾਂ ਚਲੋ ਲਿਖਤਾ ਸਹੀ ਗੱਲ ਹੈ। ਇਹਦਾ ਮਤਲਬ ਇਹ ਬਣਦਾ ਕਵਿਤਾ ਇੱਕ ਸੰਗੀਤਕ ਵਿਚਾਰ ਹੈ। ਸੰਗੀਤਕ ਵਿਚਾਰ, ਸੰਗੀਤ ਦਾ ਹੀ ਸੰਬੰਧ ਆ ਗਾਉਣ ਨਾਲ, ਸੰਗੀਤਕ ਵਿਚਾਰ ਹੈ। ਇਹ ਹੈ ਪਰਿਭਾਸ਼ਾ ਇਹਦੀ ਵਧੀਆ ਲਿਖੀ ਹੋਈ ਹੈ ਜਿਹੜੀ। ਬਸ ਆ ਵੀ ਨਾਲ ਇਹ ਦੋਨੇ ਇੱਕੋ ਹੀ ਗੱਲ ਹੈ। ਦੋਨੇ ਕਿਸੇ ਵੀ ਤਰ੍ਹਾਂ ਨਾਲ ਹੋ ਸਕਦਾ ਹੈ ਵੀ ਕਾਰਲਾਈਲ ਦੀ ਪਰਿਭਾਸ਼ਾ ਜਿਹੜੀ ਉਹ ਕਵਿਤਾ ਇੱਕ ਗਾਉਂਦਾ ਜਜ਼ਬਾ ਹੈ, ਆ ਵੀ ਹੈ ਕਵਿਤਾ ਇੱਕ ਸੰਗੀਤਕ ਵਿਚਾਰ ਹੈ। ਮੈਥਿਊ ਅਰਨਾਲਡ ਕੀ ਕਹਿੰਦਾ? ਮੈਥਿਊ ਅਰਨਾਲਡ ਕਹਿੰਦਾ ਜੀ ਕਵਿਤਾ ਜੀਵਨ ਦੀ ਪੜਚੋਲ ਹੈ। ਪੜਚੋਲ ਦਾ ਮਤਲਬ ਹੁੰਦਾ ਆਲੋਚਨਾ। ਆਲੋਚਨਾ ਦੇ ਵਿੱਚ ਗੁਣ ਤੇ ਕਮੀਆਂ ਦੋਨੇ ਹੀ ਦਰਸਾਈਆਂ ਜਾਂਦੀਆਂ। ਆਪਾਂ ਉਹੀ ਕਹਿ ਦਿੰਦੇ ਹਾਂ ਫਲਾਣੇ ਨੇ ਮੇਰੀ ਬੜੀ ਆਲੋਚਨਾ ਕੀਤੀ। ਆਲੋਚਨਾ ਦਾ ਮਤਲਬ ਵੀ ਉਹਨੇ ਗੁਣ ਵੀ ਦੱਸੇ ਤੇ ਦੋਸ਼ ਵੀ ਦੱਸੇ। ਠੀਕ ਹੈ ਬਾਈ, ਧਿਆਨ 'ਚ ਰੱਖਿਆ ਕਰੋ। ਆਲੋਚਨਾ ਦਾ ਸ਼ਬਦ ਸਿਰਫ ਆਲੋਚਨਾ ਦਾ ਮਤਲਬ ਸਿਰਫ ਨਿੰਦਿਆ ਤੇ ਹੀ ਨਾ ਰੱਖਿਆ ਕਰੋ। ਕਵਿਤਾ ਨੂੰ ਮਨੁੱਖੀ ਜਜ਼ਬਿਆਂ ਤੇ ਵਲਵਲਿਆਂ ਦਾ ਬੇਰੋਕ ਉਛਾਲਾ ਵੀ ਕਿਹਾ ਜਾਂਦਾ ਹੈ। ਮਨੁੱਖੀ ਦਿਲ ਵਿੱਚ ਜਦੋਂ ਖੁਸ਼ੀ ਤੇ ਗਮੀ ਦੇ ਤਿੱਖੇ ਵਲਵਲੇ ਬੇਕਾਬੂ ਹੋ ਜਾਂਦੇ ਆ, ਖੁਸ਼ੀ ਤੇ ਗਮੀ ਦੇ ਭਾਵ, ਤਾਂ ਉਹ ਬੋਲੀ ਦੀਆਂ ਧੁਨਾਂ ਵਿੱਚ ਉਛਲ ਪੈਂਦੇ ਆ। ਇਹ ਉਛਾਲਾ ਕਵਿਤਾ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਮਤਲਬ ਕੀ ਆ ਵੀ ਜਜ਼ਬਾ ਜਿੰਨਾ ਤੀਬਰ ਹੋਊਗਾ ਕਵਿਤਾ ਉਨੀ ਸ਼ਾਨਦਾਰ ਹੈ ਨਾ। ਤੀਬਰ ਹੋਊਗਾ ਜਿੰਨਾ ਤਿੱਖਾ ਹੋਊਗਾ ਜਜ਼ਬਾ। ਨਿੱਕੀ ਮੋਟੀ ਕੋਈ ਹੈ ਥੋੜ੍ਹਾ ਵੀ ਗਮੀ ਆ, ਮੰਨ ਲਓ ਤੁਹਾਡਾ ਦਰਵਾਜ਼ੇ 'ਚ ਹੱਥ ਆ ਗਿਆ ਤਾਂ ਤੁਸੀਂ ਕਵਿਤਾ ਲਿਖ ਦੋਗੇ, ਉਹ ਵੀ ਤਾਂ ਗਮੀ ਹੈ। ਉਹ ਨਹੀਂ, ਭਾਵ ਹੁੰਦੇ ਆ ਇਹ ਵੀ ਕਈ ਡੂੰਘੇ ਭਾਵ ਜਿਹੜੇ ਹੁੰਦੇ ਆ।
ਹੋਰ ਵੀ ਚਲੋ ਇੱਕ ਅੱਧੀ ਪਰਿਭਾਸ਼ਾ ਤੁਹਾਨੂੰ ਹੋਰ ਦੱਸਦਾ। ਹਾਂ, ਇੱਕ ਪਰਿਭਾਸ਼ਾ ਤੁਸੀਂ ਕਰ ਲਿਓ ਹੈਜ਼ਲਿਟ ਦੀ। ਹੈਜ਼ਲਿਟ ਕਿਹੜਾ ਲਿਟ? ਹੈਜ਼ਲਿਟ। ਕੈਸੇ ਕੈਸੇ ਹੈਗੇ ਆ ਨਾਮ ਇਹਨਾਂ ਦੇ। ਹੈਜ਼ਲਿਟ ਲਓ, ਹੈਜ਼ਲਿਟ ਕੀ ਕਹਿੰਦਾ? ਹੈਜ਼ਲਿਟ ਦੀ ਪਰਿਭਾਸ਼ਾ ਕਰ ਲੈਂਦੇ ਆਪਾਂ। ਹੈਜ਼ਲਿਟ ਹੈਜ਼ਲਿਟ ਕਹਿੰਦਾ ਕਵਿਤਾ ਕਲਪਨਾ ਅਤੇ ਭਾਵਾਂ ਦੀ ਭਾਸ਼ਾ ਹੈ। ਆ ਲਓ, ਮੈਂ ਥੋੜ੍ਹੀ ਗੱਲ ਹੀ ਲਿਖੂੰਗਾ। ਭਾਵਾਂ ਅਤੇ ਕਲਪਨਾ ਦੀ ਭਾਸ਼ਾ ਕਵਿਤਾ ਹੈ ਜਿਹੜੀ, ਉਹ ਭਾਵਾਂ ਅਤੇ ਕਲਪਨਾ ਦੀ ਭਾਸ਼ਾ ਹੈ, ਜਾਂ ਕਲਪਨਾ ਅਤੇ ਭਾਵਾਂ ਦੀ ਇੱਕੋ ਹੀ ਗੱਲ ਹੈ। ਮੈਂ ਪਲਟ ਕੇ ਲਿਖਤੇ, ਤੁਸੀਂ ਐਵੇਂ ਲਿਖ ਲਿਓ ਕਲਪਨਾ ਅਤੇ ਭਾਵਾਂ ਦੀ ਭਾਸ਼ਾ। ਕਲਪਨਾ ਅਤੇ ਭਾਵਾਂ ਦੀ ਭਾਸ਼ਾ, ਠੀਕ ਹੈ। ਇਹ ਗੱਲ ਕਹੀ ਹੈ ਹੈਜ਼ਲਿਟ ਨੇ। ਹੁਣ ਅਗਲੀ ਪਰਿਭਾਸ਼ਾ ਇੱਕ ਹੋਰ ਦੇਖੋ। ਐਡਗਰ ਐਲਨ ਕੀ ਕਹਿੰਦਾ ਹੈ? ਐਡਗਰ ਐਲਨ ਕਹਿੰਦਾ, ਐਡਗਰ ਐਲਨ, ਹਾਂਜੀ, ਐਡਗਰ ਐਲਨ ਕਹਿੰਦਾ ਕਵਿਤਾ ਸੁੰਦਰਤਾ ਦੀ ਸਰੋਦੀ ਕ੍ਰਿਤ ਹੈ। ਕਵਿਤਾ, ਉਹ ਕੀ ਕਹਿੰਦਾ? ਕਵਿਤਾ ਸੁੰਦਰਤਾ ਦੀ ਸਰੋਦੀ, ਸੁੰਦਰਤਾ ਦੀ ਸਰੋਦੀ। ਸਰੋਦੀ ਦਾ ਮਤਲਬ ਹੁੰਦਾ ਗਾਏ ਜਾਣ ਨਾਲ ਸੰਬੰਧਿਤ, ਜਿਸ ਗੀਤ ਨੂੰ ਆਪਾਂ ਗਾ ਸਕੀਏ। ਸਰੋਤੀ ਨਹੀਂ ਹੋਏ, ਸਰੋਦੀ, ਸਰੋਦੀ, ਆ ਸਰੋਦੀ। ਕਵਿਤਾ ਸੁੰਦਰਤਾ ਦੀ ਸਰੋਦੀ ਕ੍ਰਿਤ ਹੈ। ਕ੍ਰਿਤ ਕਿਰਿਆ, ਕੀਤਾ ਹੋਇਆ ਕੰਮ, ਕ੍ਰਿਤ ਹੈ। ਠੀਕ ਹੈ ਭਾਈ, ਗੱਲ ਕਲੀਅਰ ਹੋ ਗਈ। ਉਸ ਤੋਂ ਬਾਅਦ ਅੱਗੇ ਦੇਖੋ, ਕਵਿਤਾ ਦੇ ਤੱਤਾਂ ਦੀ ਗੱਲ ਕਰੀਏ ਫਿਰ ਆਪਾਂ। ਹਾਂ, ਆ ਜਾਓ। ਕਵਿਤਾ ਦੀ ਰਚਨਾ ਕਈ ਪ੍ਰਕਾਰ ਦੇ ਤੱਤਾਂ ਤੋਂ ਹੁੰਦੀ ਆ ਵੀ, ਗੁਣਾਤਮਕਤਾ ਬਣਾਉਣ ਲਈ। ਹਾਂ, ਹੁਣ ਆਹ ਦੇਖੋ, ਬੜੀ ਗੱਲ ਨਾ ਕੰਮ ਦੀ ਗੱਲਾਂ ਲਿਖੀਆਂ ਇੱਥੇ। ਹਾਂ, ਆਧੁਨਿਕ ਯੁੱਗ ਵਿੱਚ ਕਵਿਤਾ ਦੇ ਅਧਿਐਨ ਵਾਸਤੇ ਕਈ ਮਾਪਦੰਡ ਆਏ ਆ। ਕਵਿਤਾ ਦੇ ਵਿੱਚ ਦੇਖੋ ਦੋ ਚੀਜ਼ਾਂ ਹੁੰਦੀਆਂ ਸੀਗੀਆਂ ਮਾਪਦੰਡਾਂ 'ਚ। ਪਹਿਲਾਂ ਤਾਂ ਅਰੂਪ ਅਤੇ ਵਸਤੂ ਦੀ ਗੱਲ। ਅਰੂਪ ਅਤੇ ਵਸਤੂ, ਠੀਕ ਹੈ। ਅਰੂਪ ਅਤੇ ਵਸਤੂ ਦੋ ਹੁੰਦੇ ਸੀਗੇ। ਕਵਿਤਾ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਸੀਗਾ। ਇੱਕ ਸੀ ਕਵਿਤਾ ਦਾ ਰੂਪ, ਇੱਕ ਸੀ ਵਸਤੂ, ਠੀਕ ਹੈ। ਤੁਸੀਂ ਐਂ ਸਮਝੋ ਵੀ ਅਰੂਪ ਤਾਂ ਹੈਗਾ ਭਾਂਡਾ, ਬਰਤਨ, ਠੀਕ ਹੈ। ਵਸਤੂ ਹੈ ਜਿਹੜੀ ਉਸ ਭਾਂਡੇ ਦੇ ਵਿੱਚ ਪਾਇਆ ਹੋਇਆ ਪਦਾਰਥ ਹੈ, ਠੀਕ ਹੈ। ਹਾਂ, ਮਤਲਬ ਕੀ ਆ ਵੀ ਕਵਿਤਾ ਦੀ ਬਾਹਰੀ ਰੂਪ ਰੇਖਾ, ਭਾਂਡਾ ਤਾਂ ਬਾਹਰੀ ਰੂਪ ਰੇਖਾ ਹੀ ਹੋਗੀ, ਹੈ ਨਾ। ਬਾਹਰੀ ਰੂਪ ਰੇਖਾ ਇੱਕ ਤਾਂ ਹੁੰਦੀ ਸੀਗੀ ਬਾਹਰੀ ਰੂਪ ਰੇਖਾ, ਇਹਦੇ ਅਲੱਗ ਤੱਤ ਹੁੰਦੇ ਸੀਗੇ, ਠੀਕ ਹੈ। ਕਵਿਤਾ ਦੇ ਤੱਤ, ਐਲੀਮੈਂਟਸ ਜਿਹਨੂੰ ਆਪਾਂ ਕਹਿ ਦਿੰਦੇ। ਤੇ ਵਸਤੂ ਮਤਲਬ ਅੰਦਰੂਨੀ ਤੱਤ ਹੋ ਗਏ। ਅੰਦਰੂਨੀ ਤੱਤ ਅੱਡ ਹੁੰਦੇ ਸੀਗੇ। ਵਰਤਮਾਨ ਦੇ ਵਿੱਚ ਬਾਹਰੀ ਤੇ ਅੰਦਰੂਨੀ ਤੱਤਾਂ ਦਾ ਭੇਦ ਮਿਟਾ ਦਿੱਤਾ ਗਿਆ ਹੈ। ਮਤਲਬ ਮਿਕਸ ਤੱਤ ਲਏ ਗਏ ਆ। ਆ ਜਿਹੜੇ ਤੱਤ ਜਿਹੜੇ ਅੱਗੇ ਲਿਖੇ ਹੋਏ ਆ, ਇਹ ਸਾਰੇ ਮਿਕਸ ਹੈ, ਬਾਹਰੀ ਅੰਦਰੂਨੀ ਦੋਨੇ ਹੀ ਹੈ। ਤਾਂ ਹੀ ਤਾਂ ਹੁਣ ਰੂਪ ਅਤੇ ਵਸਤੂ ਨੂੰ ਵੱਖ-ਵੱਖ ਨਹੀਂ ਕੀਤਾ ਜਾਂਦਾ, ਕਿਉਂਕਿ ਰੂਪ ਅਤੇ ਵਸਤੂ ਦੋਨੇ ਹੀ ਕਵਿਤਾ ਦੇ ਅਨਿੱਖੜ ਅੰਗ ਹੈ। ਦੋਨਾਂ ਦੇ ਵਿੱਚੋਂ ਜ਼ਿਆਦਾ ਇੰਪੋਰਟੈਂਟ ਕਿਹੜਾ, ਇਹ ਵੀ ਜ਼ਰੂਰੀ ਨਹੀਂਗਾ ਵੀ ਰੂਪ ਮਤਲਬ ਕਵਿਤਾ ਹੈ ਜਿਹੜੀ ਉਹ ਬਾਹਰੋਂ ਸੋਹਣੀ ਹੋਣੀ ਚਾਹੀਦੀ ਹੈ, ਸੋਹਣੀ ਸ਼ਬਦ ਜੜਤ ਹੋਣੀ ਚਾਹੀਦੀ ਹੈ, ਵਧੀਆ ਉਹਦੇ ਵਿੱਚ ਕੋਈ ਅਲੰਕਾਰ ਛੰਦ ਵਰਤੇ ਹੋਣੇ ਚਾਹੀਦੇ। ਬਾਹਰੀ ਰੂਪ ਰੇਖਾ, ਕਵਿਤਾ ਦੇ ਅੰਦਰ ਵਿਚਾਰ ਕੀ ਚੱਲ ਰਿਹਾ, ਕਵਿਤਾ ਦੀ ਭਾਸ਼ਾ ਕਿਵੇਂ ਦੀ ਹੈ, ਅੰਦਰੂਨੀ ਰੂਪ ਰੇਖਾ, ਅੰਦਰੂਨੀ ਅੰਦਰ ਵਸਤੂ ਕਿਹੜੀ ਹੈ, ਕੀ ਵਿਚਾਰ ਪਾਇਆ ਹੋਇਆ, ਵਿਚਾਰ ਕੀ ਹੈ ਕਵਿਤਾ ਦਾ, ਕਵਿਤਾ 'ਚ ਕਵਿਤਾ ਨੂੰ ਪੜ੍ਹ ਕੇ ਕਿਹੜੇ ਭਾਵ ਪੈਦਾ ਹੁੰਦੇ ਆ, ਇਹ ਅੰਦਰੂਨੀ ਹੈ, ਇਹਦਾ ਵਸਤੂ ਹੈ। ਹੁਣ ਨਹੀਂ, ਹੁਣ ਬਰਾਬਰ ਹੋ ਗਿਆ। ਇਸੇ ਕਰਕੇ ਹੀ ਤਾਂ ਕਵਿਤਾ ਦਾ ਸੁਹਜਾਤਮਕ ਪ੍ਰਭਾਵ ਹੈ ਜਿਹੜਾ, ਉਹ ਨਾ ਤੇ ਇਕੱਲੇ ਵਸਤੂ ਕਰਕੇ ਪੈਂਦਾ, ਨਾ ਇਕੱਲੇ ਰੂਪ ਕਰਕੇ ਪੈਂਦਾ, ਉਹ ਦੋਨਾਂ ਦੇ ਸੁਮੇਲ ਕਰਕੇ ਪੈਂਦਾ ਹੈ। ਦੋਵਾਂ ਦੇ ਸੁਮੇਲ ਦਾ ਸਿੱਟਾ ਨਤੀਜਾ ਹੈ। ਇਸੇ ਕਰਕੇ ਹੀ ਨਵੀਂ ਆਲੋਚਨਾ ਪ੍ਰਣਾਲੀ ਵਿੱਚ ਰੂਪ ਤੇ ਵਸਤੂ ਦੀ ਜਗ੍ਹਾ ਤੇ ਸੰਰਚਨਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਸੰਰਚਨਾ, ਵਸਤੂ ਦੇ ਰੂਪ ਅਤੇ ਤੱਤ ਆਦਿ, ਵਸਤੂ ਤੇ ਰੂਪ ਆਦਿ ਤੱਤ ਸੰਗਠਿਤ ਰੂਪ ਵਿੱਚ ਕਵਿਤਾ ਦੀ ਰਚਨਾ ਕਰਦੇ ਆ। ਜੇ ਤੁਸੀਂ ਕਹੋ ਵੀ ਸਰ ਜੀ ਇਕੱਲਾ ਰੂਪ ਹੀ ਕਵਿਤਾ ਦੀ ਰਚਨਾ ਕਰ ਦਿੰਦਾ, ਨਹੀਂ, ਇਕੱਲੀ ਵਸਤੂ ਨਹੀਂ, ਰੂਪ ਤੇ ਵਸਤੂ ਦਾ ਸੁਮੇਲ, ਜਿਹਦਾ ਨਾਮ ਕੀ ਦਿੱਤਾ, ਸੰਰਚਨਾ। ਮਤਲਬ ਰੂਪ ਪਲਸ ਵਸਤੂ ਇਜ਼ ਇਕਵਲ ਟੂ ਸੰਰਚਨਾ। ਠੀਕ ਹੈ ਬਈ, ਗਣਿਤ ਟਾਈਪ ਪੜ੍ਹਾਤੀ ਤੁਹਾਨੂੰ ਪੰਜਾਬੀ। ਸਭ ਤੋਂ ਪਹਿਲਾਂ ਕਵਿਤਾ ਦਾ ਤੱਤ ਦਿੱਤਾ ਹੋਇਆ ਕਾਵ ਭਾਸ਼ਾ, ਪ੍ਰਮੁੱਖ ਤੱਤ ਹੈ। ਬੋਲਚਾਲ ਦੀ ਭਾਸ਼ਾ ਨੂੰ ਵਿਉਂਤਬੱਧ ਕਰਦਾ ਹੈ ਕਵੀ। ਦੇਖੋ ਕਵੀ ਜਿਹੜੀ ਭਾਸ਼ਾ ਵਰਤਦਾ ਹੈ ਨਾ ਕਵਿਤਾ ਦੇ ਵਿੱਚ, ਉਹ ਕਿਹੜੀ ਹੁੰਦੀ ਹੈ, ਬੋਲਚਾਲ ਦੀ ਭਾਸ਼ਾ ਹੀ ਹੁੰਦੀ ਹੈ। ਆਮ ਸਾਡੀ ਬੋਲਚਾਲ ਦੀ ਭਾਸ਼ਾ ਨੂੰ ਹੀ ਵਿਉਂਤਬੱਧ ਕਰਦਾ ਉਹ, ਬਸ ਉਸੇ ਨੂੰ ਹੀ ਮਤਲਬ ਕੀ ਆ, ਉਸੇ ਦੀ ਹੀ ਸ਼ਬਦਾਂ ਦਾ ਹੇਰ ਫੇਰ ਕਰਦਾ ਉਹ।
ਭਾਸ਼ਾ ਵਿੱਚ ਕੋਮਲਤਾ ਹੋਣੀ ਚਾਹੀਦੀ ਹੈ, ਕਠੋਰਤਾ ਨਹੀਂ ਹੋਣੀ ਚਾਹੀਦੀ, ਅਰਥ ਸ਼ਕਤੀ ਹੋਣੀ ਚਾਹੀਦੀ ਹੈ। ਠੀਕ ਹੈ ਬਾਈ, ਅਰਥ ਸ਼ਕਤੀ ਹੋਣੀ ਚਾਹੀਦੀ ਹੈ, ਅਲੌਕਿਕ ਸੁੰਦਰਤਾ ਹੋਣੀ ਚਾਹੀਦੀ ਹੈ। ਠੀਕ ਹੈ, ਲੌਕਿਕਤਾ ਤੋਂ ਪਾਰ ਇੱਕ ਹੁੰਦੀ ਹੈ ਲੌਕਿਕ, ਇੱਕ ਹੁੰਦੀ ਹੈ ਅਲੌਕਿਕ। ਅਲੌਕਿਕ ਮਤਲਬ ਜੋ ਦਿਖਾਈ ਨਾ ਦੇਵੇ, ਸੁੰਦਰਤਾ ਜੋ ਦਿਖਾਈ ਨਾ ਦੇਵੇ। ਕਵਿਤਾ ਵਿੱਚ ਸ਼ਬਦਾਂ ਦੀ ਚੋਣ ਵਿਸ਼ੇ ਨੂੰ ਸਪਸ਼ਟ ਕਰੇ। ਸ਼ਬਦਾਂ ਦੀ ਚੋਣ ਮਤਲਬ ਸ਼ਬਦਾਂ ਦੀ ਚੋਣ ਦਾ ਸੰਬੰਧ ਭਾਸ਼ਾ ਦੇ ਨਾਲ ਹੀ ਹੈ ਨਾ, ਭਾਸ਼ਾ ਦੇ ਨਾਲ ਹੀ ਹੈ ਨਾ। ਸ਼ਬਦ ਕਵਿਤਾ ਦੀ ਭਾਸ਼ਾ ਸਹਿਜ ਸੁਭਾਵਿਕ ਹੋਣੀ ਚਾਹੀਦੀ ਹੈ। ਮਤਲਬ ਕੀ ਹੈ, ਬਨਾਵਟੀ ਨਹੀਂ ਹੋਣੀ ਚਾਹੀਦੀ। ਸਹਿਜ ਸੁਭਾਵਿਕ ਦਾ ਮਤਲਬ ਬਨਾਵਟੀ ਭਾਸ਼ਾ ਨਹੀਂ ਹੋਣੀ ਚਾਹੀਦੀ। ਭਾਸ਼ਾਈ ਸ਼ਬਦਾਂ ਦੀ ਜੜਤ ਲੋਕ ਪੱਧਰੀ ਭਾਸ਼ਾ ਦੇ ਅਨੁਕੂਲ ਹੋਣੀ ਚਾਹੀਦੀ ਹੈ, ਕਿਉਂਕਿ ਭਾਸ਼ਾ ਤਾਂ ਕਵੀ ਨੇ ਬੋਲਚਾਲ ਵਾਲੀ ਭਾਸ਼ਾ ਲੋਕ ਪੱਧਰ ਦੀ ਭਾਸ਼ਾ ਹੀ ਹੁੰਦੀ ਹੈ ਬਾਈ। ਲੋਕ ਹੀ ਤਾਂ ਵਰਤਦੇ ਆ ਬੋਲਚਾਲੀ ਭਾਸ਼ਾ ਨੂੰ, ਠੀਕ ਹੈ ਕਿ ਨਹੀਂ। ਟਕਸਾਲੀ ਭਾਸ਼ਾ ਨਹੀਂ ਵਰਤਦੇ ਲੋਕ ਬੋਲਦੇ ਸਮੇਂ। ਇਸ ਕਰਕੇ ਸ਼ਬਦਾਂ ਦੀ ਜੜਤ ਹੈ ਜਿਹੜੀ ਉਹ ਲੋਕ ਪੱਧਰੀ ਭਾਸ਼ਾ ਦੇ ਅਨੁਕੂਲ, ਤਾਂ ਜੋ ਅਰਥ ਸੰਚਾਰ ਦੀ ਸਮੱਸਿਆ ਨਹੀਂ ਪੈਦਾ ਹੋਣੀ ਚਾਹੀਦੀ। ਬਹੁਤ ਸਾਰੇ ਕਵੀ, ਜਿਵੇਂ ਮੈਂ ਉਦਾਹਰਣ ਦਿੰਦਾ ਹੁੰਦਾ, ਸੁਲਤਾਨ ਬਾਹੂ ਦਾ ਪ੍ਰਸਿੱਧ ਸੂਫੀ ਕਵੀ ਸੁਲਤਾਨ ਬਾਹੂ ਬੁੱਲੇ ਸ਼ਾਹ ਬਹੁਤ ਸ਼ਾਨਦਾਰ ਲਿਖਦੇ ਆ। ਸੁਲਤਾਨ ਬਾਹੂ ਸ਼ਾਹ ਹੁਸੈਨ ਬਹੁਤ ਸ਼ਾਨਦਾਰ ਲਿਖਦੇ ਆ, ਪਰ ਜ਼ਿਆਦਾ ਪ੍ਰਸਿੱਧ ਸ਼ਾਹ ਹੁਸੈਨ ਹੈ, ਸੁਲਤਾਨ ਬਾਹੂ ਨਹੀਂ। ਕਾਰਨ ਕਿਉਂਕਿ ਸੁਲਤਾਨ ਬਾਹੂ ਦੀ ਭਾਸ਼ਾ ਅਰਥ ਸੰਚਾਰ ਦੀ ਸਮੱਸਿਆ ਪੈਦਾ ਕਰਦੀ ਹੈ। ਸੁਲਤਾਨ ਬਾਹੂ ਹੈਗਾ ਪੜ੍ਹਿਆ ਲਿਖਿਆ ਬੰਦਾ, ਪੜ੍ਹਿਆ ਲਿਖਿਆ ਵਾਲੀ ਭਾਸ਼ਾ ਵਰਤਦਾ। ਆਮ ਲੋਕ ਉਹਦੀ ਭਾਸ਼ਾ ਸਮਝਦੇ ਨਹੀਂ। ਇਹਨੂੰ ਕੀ ਕਿਹਾ ਜਾਂਦਾ? ਇਹਨੂੰ ਕਿਹਾ ਜਾਂਦਾ ਅਰਥ ਸੰਚਾਰ ਦੀ ਸਮੱਸਿਆ। ਦੂਜੇ ਪਾਸੇ ਸ਼ਾਹ ਹੁਸੈਨ ਕਰਦਾ ਪੂਰੀ ਲੋਕਾਂ ਵਾਲੀ ਭਾਸ਼ਾ 'ਚ ਗੱਲ, ਆਮ ਲੋਕਾਂ ਵਾਲੀ ਭਾਸ਼ਾ, ਆਮ ਲੋਕਾਂ ਵਾਲੀ ਸ਼ਬਦਾਵਲੀ। ਇਸ ਕਰਕੇ ਅਰਥ ਸੰਚਾਰ ਦੀ ਸਮੱਸਿਆ ਨਹੀਂ ਪੈਦਾ ਹੁੰਦੀ। ਲੋਕ ਜ਼ਿਆਦਾ ਪਸੰਦ ਕਰਦੇ ਆ ਸ਼ਾਹ ਹੁਸੈਨ ਨੂੰ। ਅਗਲੀ ਆ ਜਾਓ ਪ੍ਰਤੀਕ। ਸ਼ਬਦ ਆ ਜਿਹੜੇ ਉਹ ਪ੍ਰਤੀਕ ਦੇ ਰੂਪ ਵਿੱਚ ਜਦੋਂ ਕਵੀ ਵਰਤਦਾ ਹੈ, ਉਹ ਪ੍ਰਤੀਕ ਕਿਉਂ ਵਰਤੇ ਜਾਂਦੇ ਆ? ਅਣਕਹੇ ਅਤੇ ਅਣਵੇਖੇ ਵਿਸ਼ੇ ਦੀ ਪ੍ਰਤੀਨਿਧਤਾ ਕਰਦੇ ਆ। ਜਿਹੜੀ ਚੀਜ਼ ਨੂੰ ਮੈਂ ਗੋਲ ਕਰਦਾ, ਸਮਝੋ ਵੀ ਉਹ ਬਹੁਤ ਇੰਪੋਰਟੈਂਟ ਹੈ, ਉਹ ਤੁਹਾਨੂੰ ਐਗਜ਼ਾਮ ਦੇ ਵਿੱਚ ਗੋਲ ਕਰ ਸਕਦੀ ਹੈ। ਠੀਕ ਹੈ ਬਾਈ, ਹੁਣ ਧਿਆਨ 'ਚ ਰੱਖਣਾ ਤੁਸੀਂ। ਕਈ ਸ਼ਬਦ ਹੈ ਜਿਵੇਂ ਪ੍ਰਤੀਕ ਦੇ ਰੂਪ ਵਿੱਚ ਅਣਕਹੇ ਤੇ ਅਣਵੇਖੇ ਵਿਸ਼ੇ ਦੀ। ਮੰਨ ਲਓ ਕਵੀ ਹੈ ਜਿਹੜਾ, ਉਹ ਕਈ ਵਾਰੀ ਕੀ ਕਰਦਾ ਹੈ, ਆਪਣੀ ਗੱਲ ਨੂੰ ਸਿੱਧਾ ਨਹੀਂ ਕਹਿੰਦਾ। ਅਣਕਹੇ ਅਣਵੇਖੇ ਵਿਸ਼ੇ ਜਿਹੜੇ ਹੁੰਦੇ ਆ, ਉਹਨਾਂ ਵਾਸਤੇ ਉਹ ਪ੍ਰਤੀਕਾਂ ਦੀ ਵਰਤੋਂ ਕਰਦਾ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਹੈ ਜਿਹੜੀ, ਆਹ ਦੇਖ ਲਓ, ਉਹ ਹੈਗੀ ਆ ਵੀ ਦੋ ਟੋਟਿਆਂ ਵਿੱਚ ਭੌਂ ਟੁੱਟੀ, ਇੱਕ ਮਹਿਲਾਂ ਦਾ ਇੱਕ ਟੋਕਾਂ ਦਾ, ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ। ਇਹਦਾ ਮਤਲਬ ਕੀ ਹੈ ਕਿ ਇਹ ਦੁਨੀਆ ਹੈ ਜਿਹੜੀ ਜਦੋਂ ਪੈਦਾ ਹੋਈ, ਦੋ ਟੋਟਿਆਂ ਵਿੱਚੋਂ ਭੌਂ ਟੁੱਟੀ, ਇੱਕ ਮਹਿਲਾਂ ਦਾ ਇੱਕ ਟੋਕਾਂ ਦਾ। ਮਹਿਲ ਮਤਲਬ ਮਹਿਲਾਂ ਦੇ ਵਿੱਚ ਕੌਣ ਰਹਿੰਦੇ ਆ? ਮਹਿਲ ਇੱਕ ਪ੍ਰਤੀਕ ਵਰਤਿਆ, ਟੋਕ ਪ੍ਰਤੀਕ ਵਰਤਿਆ ਹੈ। ਠੀਕ ਹੈ, ਲੋਕ ਪ੍ਰਤੀਕ ਵਰਤਿਆ, ਜੋਕ, ਇਹ ਚਾਰ ਸ਼ਬਦ ਪ੍ਰਤੀਕ ਰੂਪ ਵਿੱਚ ਵਰਤੇ ਆ। ਮਹਿਲਾਂ 'ਚ ਕੌਣ ਰਹਿੰਦੇ ਆ? ਗਰੀਬ ਕੇ ਅਮੀਰ? ਅਮੀਰ ਲੋਕ। ਟੋਕ ਦਾ ਮਤਲਬ ਹੁੰਦਾ ਝੌਂਪੜੀ, ਝੁੱਗੀ ਝੌਂਪੜੀ ਕਹਿ ਲਓ ਤੁਸੀਂ, ਘਾਹ ਫੂਸ ਦੀ ਝੌਂਪੜੀ। ਤੋ ਝੌਂਪੜੀ 'ਚ ਕੌਣ ਰਹਿੰਦੇ ਆ? ਅਮੀਰ ਕੇ ਗਰੀਬ। ਇਹਦਾ ਮਤਲਬ ਕੀ ਹੈ? ਪ੍ਰਤੀਕ ਰੂਪ ਵਿੱਚ ਮਹਿਲਾ ਸ਼ਬਦ ਹੈ ਜਿਹੜਾ, ਮਹਿਲ ਸ਼ਬਦ ਉਹ ਅਮੀਰ ਦੇ ਪ੍ਰਤੀਕ ਵਾਸਤੇ ਵਰਤਿਆ ਗਿਆ ਹੈ, ਤੇ ਟੋਕ ਸ਼ਬਦ ਹੈ ਜਿਹੜਾ ਉਹ ਗਰੀਬ ਦੇ ਪ੍ਰਤੀਕ ਵਾਸਤੇ ਵਰਤਿਆ ਗਿਆ ਹੈ। ਦੂਸਰਾ, ਦੋ ਧੜਿਆਂ ਵਿੱਚ ਖਲਕਤ ਵੰਡੀ। ਖਲਕਤ ਹੁੰਦਾ ਦੁਨੀਆ। ਇਹ ਦੁਨੀਆ ਜਿਹੜੀ ਇਹ ਦੋ ਧੜਿਆਂ ਦੇ ਵਿੱਚ ਵੰਡੀ ਹੋਈ ਹੈ, ਇੱਕ ਲੋਕਾਂ ਦਾ ਇੱਕ ਜੋਕਾਂ ਦਾ। ਲੋਕਾਂ ਦਾ ਮਤਲਬ ਆਮ ਲੋਕ, ਸਧਾਰਨ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਸਾਡਾ ਸਮਾਜ, ਸਾਡਾ ਵਰਗ ਹੈ ਜਿਹੜਾ, ਸਾਡਾ ਸਮਾਜ ਹੈ ਜਿਹੜਾ, ਉਹ ਦੋ ਭਾਗਾਂ ਦੇ ਵਿੱਚ, ਦੋ ਹਿੱਸਿਆਂ 'ਚ ਵੰਡਿਆ ਹੋਇਆ। ਇੱਕ ਹਿੱਸਾ ਅਮੀਰ, ਇੱਕ ਹੈਗਾ ਗਰੀਬ। ਠੀਕ ਹੈ, ਅਮੀਰ ਦੁਨੀਆ ਤੇ 5% ਹੀ ਹੈ, ਪਰ ਦੁਨੀਆ ਦਾ ਕੀ ਆ, 95% ਲਈ ਬੈਠੇ ਆ, ਤੇ ਗਰੀਬ 95% ਆ, ਉਹਨਾਂ ਕੋਲੇ 5% ਹੀ ਆ ਪੈਸਾ। ਕਹਿਣ ਦਾ ਮਤਲਬ ਇਹ ਹੈ। ਹੁਣ ਇਹ ਕੀ ਹੈ? ਲੋਕਾਂ ਦਾ ਮਤਲਬ ਲੋਕਾਂ 'ਚ ਫਿਰ ਕੌਣ ਆ ਗਏ? ਲੋਕਾਂ 'ਚ ਤਾਂ ਜ਼ਿਆਦਾ ਲੋਕ ਆਉਂਦੇ ਆ। ਜਨਤਾ 'ਚ 5% ਥੋੜ੍ਹਾ ਆਉਣਗੇ, ਜਨਤਾ 'ਚ ਤਾਂ 95% ਆਉਣਗੇ। 95% ਕੌਣ? ਗਰੀਬ, ਆਮ ਲੋਕ। ਦੋ ਧੜਿਆਂ ਦੇ ਵਿੱਚ ਇਹ ਦੁਨੀਆ ਵੰਡੀ ਹੋਈ ਹੈ, ਇੱਕ ਲੋਕਾਂ ਦਾ ਇੱਕ ਜੋਕਾਂ ਦਾ। ਜੋਕ ਹੁੰਦਾ ਹੈ ਇੱਕ ਕੀੜਾ ਹੁੰਦਾ ਹੈ ਜੋ ਲਹੂ ਪੀਂਦਾ ਹੈ, ਲਹੂ ਚੂਸਦਾ ਹੈ। ਤੇ ਲਹੂ ਕੌਣ ਚੂਸਦਾ ਹੈ? ਕਹਿੰਦੇ ਆ ਨਾ ਵੀ ਲਹੂ ਚੂਸ ਗਏ ਗਰੀਬਾਂ ਦਾ। ਕੌਣ ਚੂਸਦੇ ਆ? ਅਮੀਰ ਲੋਕ ਜਿਹੜੇ ਆ, ਉਹ ਗਰੀਬਾਂ ਦਾ ਲਹੂ ਚੂਸਦੇ ਹੈ ਕਿ ਨਹੀਂ? ਗਰੀਬਾਂ ਤੋਂ ਟੈਕਸ ਇਕੱਠਾ ਕਰਨਾ ਤੇ ਅਮੀਰਾਂ ਦਾ ਟੈਕਸ ਮਾਫ ਕਰ ਦੇਣਾ। ਵੇਖਦੇ ਹੋ ਕਿ ਨਾ ਤੁਸੀਂ ਐਵੇਂ ਦੇ ਡਿਸੀਜਨ ਆਉਂਦੇ ਆ ਕਿ ਨਹੀਂ ਸਰਕਾਰ ਦੇ ਵਿੱਚ? ਦੇਖ ਲਓ, ਇੱਕ ਲੋਕਾਂ ਦਾ ਇੱਕ ਜੋਕਾਂ ਦਾ। ਜੋਂਕ ਆਇਲ ਦੀ ਮਸ਼ਹੂਰੀ ਵੀ ਆਉਂਦੀ ਹੁੰਦੀ ਹੈ, ਐਡ ਆਉਂਦੀ ਹੁੰਦੀ ਹੈ, ਜੋਂਕ ਆਇਲ। ਉਹ ਉਸੇ ਕੀੜੇ ਤੋਂ ਬਣਿਆ ਵਾ। ਉਹ ਇੱਕ ਮਤਲਬ ਕੀ ਹੈ, ਜੋਂਕ ਆ, ਉਹ ਸਰੀਰ 'ਚ ਜਿੱਥੇ ਚਿੰਬੜ ਜੇ ਉੱਥੇ ਲਹੂ ਚੂਸਣਾ, ਲਹੂ ਪੀਣਾ ਸ਼ੁਰੂ ਕਰ ਦਿੰਦਾ। ਉਹ ਜੋਂਕ ਕਿਹਾ ਜਾਂਦਾ ਉਹਨੂੰ।
ਜੋਕਾਂ ਦਾ ਪ੍ਰਤੀਕ ਰੂਪ ਵਿੱਚ ਵਰਤੇ ਸ਼ਬਦ ਹੈ ਨਾ। ਮਹਿਲਾ ਟੋਕਾ ਤੇ ਜੋਕਾ, ਇਹ 3 ਸ਼ਬਦ ਕਵਿਤਾ ਵਿੱਚ ਪ੍ਰਤੀਕ ਹੈ। ਸਹੀ ਹੈ। ਲੋਕ ਵੀ ਤਾਂ ਲੋਕ ਤਾਂ ਚਲੋ ਨਹੀਂ ਬਣਦਾ ਪ੍ਰਤੀਕ, ਕਿਉਂਕਿ ਲੋਕਾਂ ਦਾ ਤਾਂ ਮਤਲਬ ਆਮ ਲੋਕ ਹੀ ਹੋ ਗਿਆ। ਸੋ ਠੀਕ ਹੈ। ਹਾਂਜੀ, ਮਹਿਲਾ ਸ਼ਬਦ ਮਤਲਬ ਅਮੀਰ ਲੋਕ, ਟੋਕਾ ਮਤਲਬ ਝੁੱਗੀ ਝੋਂਪੜੀਆਂ ਵਿੱਚ ਰਹਿਣ ਵਾਲੇ ਗਰੀਬ, ਤੇ ਜੋਕਾ ਸ਼ਬਦ ਮਤਲਬ ਪੂੰਜੀਪਤੀ ਸ਼ੋਸ਼ਕ ਵਰਗ ਦੀ ਪ੍ਰਤੀਨਿਧਤਾ ਕਰਦਾ ਹੈ। ਜੋਕ ਦਾ ਕੰਮ ਹੁੰਦਾ ਹੈ ਲਹੂ ਚੂਸਣਾ, ਸ਼ੋਸ਼ਣ ਕਰਨਾ, ਲਹੂ ਚੂਸਣਾ। ਜੋਕ ਦਾ ਕੰਮ ਲਹੂ ਚੂਸਣਾ, ਤੇ ਪੂੰਜੀਪਤੀ ਵਰਗ ਕੀ ਕਰਦਾ ਹੈ? ਸ਼ੋਸ਼ਕ ਵਰਗ ਹੈ ਜਿਹੜਾ, ਉਹ ਕੀ ਕਰਦਾ? ਲਹੂ ਹੀ ਚੂਸਦਾ। ਹਾਂਜੀ, ਅਗਲਾ ਜਿਹੜਾ ਤੱਤ ਹੈ ਉਹ ਹੈਗਾ ਬਿੰਬ ਅਤੇ ਬਿੰਬਾਵਲੀ। ਬਿੰਬ ਅਤੇ ਬਿੰਬਾਵਲੀ ਕਵਿਤਾ ਦੇ ਵਿੱਚ ਬਿੰਬ ਕਿਸੇ ਕਵਿਤਾ ਦੇ ਚਿੱਤਰ ਹੁੰਦੇ ਹਨ। ਬਿੰਬ ਕਿਸੇ ਕਵਿਤਾ ਦੇ ਚਿੱਤਰ ਹੁੰਦੇ ਹਨ। ਜਿਵੇਂ ਇੱਕ ਚਿੱਤਰਕਾਰ ਲਕੀਰਾਂ ਤੇ ਰੰਗਾਂ ਦੀ ਸਹਾਇਤਾ ਦੇ ਨਾਲ ਚਿੱਤਰ ਬਣਾਉਂਦਾ ਹੈ, ਕੋਈ ਤਸਵੀਰ ਬਣਾਉਂਦਾ, ਮੰਨ ਲਓ ਕੋਈ ਚਿੱਤਰਕਾਰ ਹੈ, ਕੋਈ ਆਰਟਿਸਟ ਹੈ, ਠੀਕ ਹੈ, ਕੋਈ ਪੇਂਟਰ ਹੈ। ਉਹ ਕੀ ਕਰਦਾ? ਉਹਦੇ ਕੋਲ ਕੀ ਹੁੰਦਾ? ਰੰਗ ਹੁੰਦੇ ਆ, ਤੇ ਉਹ ਲਕੀਰਾਂ ਹੀ ਹੁੰਦੀਆਂ, ਖਿੱਚਦਾ, ਲਕੀਰਾਂ ਹੀ ਖਿੱਚਦਾ, ਲਕੀਰਾਂ ਦੀ ਮਦਦ ਨਾਲ ਉਹ ਚਿੱਤਰ ਬਣਾਉਂਦਾ। ਉਸੇ ਤਰ੍ਹਾਂ ਕਵੀ ਕੀ ਕਰਦਾ ਹੈ? ਕਵੀ ਕੋਲੇ ਕੀ ਚੀਜ਼ ਹੈ? ਕਵੀ ਕੋਲੇ ਹੈਗੇ ਹੈ ਬਿੰਬ ਅਤੇ ਬਿੰਬਾਵਲੀ। ਬਿੰਬ ਅਤੇ ਬਿੰਬਾਵਲੀ ਦੀ ਸਹਾਇਤਾ ਦੇ ਨਾਲ, ਮਤਲਬ ਬਿੰਬ ਅਤੇ ਬਿੰਬਾਵਲੀ ਸ਼ਬਦਾਂ, ਧੁਨੀਆਂ ਤੇ ਬੋਲਾਂ ਦੁਆਰਾ ਉਹ ਕਾਵ ਚਿੱਤਰ ਸਿਰਜਦਾ ਹੈ। ਇਹਨੂੰ ਕਿਹਾ ਜਾਂਦਾ ਬਿੰਬ ਅਤੇ ਬਿੰਬਾਵਲੀ। ਅਗਲੇ ਆਗੇ ਜੀ ਛੰਦ। ਛੰਦ ਦਾ ਤੁਹਾਨੂੰ ਪਤਾ ਹੀ ਹੈ, ਅੱਖਰਾਂ ਦੀ ਖਾਸ ਮਿਣਤੀ ਦੁਆਰਾ ਤੁਕਾਂਤ ਜਾਂ ਜੋ ਸਹੀ ਮੇਲ ਹੁੰਦਾ ਉਸ ਨੂੰ ਛੰਦ ਕਹਿੰਦੇ ਆ। ਛੰਦ ਹੈ ਜਿਹੜਾ ਉਹ ਕਵਿਤਾ ਦੇ ਭਾਵਾਂ ਤੇ ਵਿਚਾਰਾਂ ਨੂੰ ਤਿੱਖਾ ਕਰਦੇ ਹਨ। ਕਵਿਤਾ ਦੇ ਭਾਵਾਂ ਅਤੇ ਵਿਚਾਰਾਂ ਨੂੰ ਤਿੱਖਾ ਕਰਦੇ ਹਨ। ਛੰਦ ਕਵਿਤਾ ਦੇ ਪ੍ਰਭਾਵ ਨੂੰ ਦਰਸਾਉਂਦੇ ਹਨ। ਪੁਰਾਤਨ ਅਤੇ ਮੱਧਕਾਲ ਵਿੱਚ ਛੰਦ ਦੀ ਵਰਤੋਂ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਪੁਰਾਤਨ ਤੇ ਮੱਧਕਾਲ ਦੇ ਵਿੱਚ ਤਾਂ ਛੰਦਾਬੰਦੀ ਦੇ ਨਿਯਮਾਂ ਦੇ ਵਿੱਚ ਹੀ ਕਵਿਤਾ ਲਿਖੀ ਜਾਂਦੀ ਸੀ, ਪਰ ਆਧੁਨਿਕ ਕਾਲ ਵਿੱਚ ਖੁੱਲ੍ਹੀ ਕਵਿਤਾ ਵੀ ਲਿਖੀ ਜਾਣ ਲੱਗੀ ਹੈ। ਪਰ ਖੁੱਲ੍ਹੀ ਕਵਿਤਾ ਵਿੱਚ ਵੀ ਛੰਦ ਦੇ ਨਵੇਂ ਪਸਾਰ ਉੱਭਰਦੇ ਆ। ਖੁੱਲ੍ਹੀ ਕਵਿਤਾ ਵਿੱਚ ਵੀ ਵਜਨ, ਤੋਲ, ਵਿਸ਼ਰਾਮ, ਲੈਅ ਆਦਿ ਦਾ ਖਿਆਲ ਰੱਖਣਾ ਲਾਜ਼ਮੀ ਹੈ। ਜਦੋਂ ਮੰਨ ਲਓ ਕੋਈ ਕਵਿਤਾ ਖੁੱਲ੍ਹੀ ਕਵਿਤਾ ਹੈ, ਮੰਨ ਲਓ ਕਿਸੇ ਕਵਿਤਾ ਦੇ ਵਿੱਚ ਛੰਦ ਨਹੀਂ ਹੈ, ਛੰਦ ਮਿਸਿੰਗ ਹੈ, ਤਾਂ ਉਸ ਕਵਿਤਾ ਦੇ ਵਿੱਚ ਹੋਊਗਾ ਵਜ਼ਨ, ਤੋਲ ਸ਼ਬਦਾਂ ਦਾ, ਵਿਸ਼ਰਾਮ, ਲੈਅ ਉਹ ਹੋਊਗਾ। ਜੇ ਆਹ ਚੀਜ਼ਾਂ ਨਹੀਂ ਗੀਆਂ ਤਾਂ ਫਿਰ ਤਾਂ ਉਹ ਵਾਰਤਕ ਬਣ ਗਈ, ਫਿਰ ਤਾਂ ਉਹ ਗਦ ਹੈ। ਜੇ ਆਹ ਹੈਗੀਆਂ ਚੀਜ਼ਾਂ ਫਿਰ ਉਹ ਕਵਿਤਾ ਹੈ। ਅਲੰਕਾਰ ਕਵਿਤਾ ਨੂੰ ਵਿਸ਼ੇਸ਼ ਅਰਥ ਪ੍ਰਦਾਨ ਕਰਦੇ ਆ। ਬਈ ਧਿਆਨ ਰੱਖਿਓ, ਅਲੰਕਾਰ ਹੈ ਜਿਹੜੇ ਉਹ ਕਵਿਤਾ ਨੂੰ ਵਿਸ਼ੇਸ਼ ਅਰਥ। ਅਲੰਕਾਰਾਂ ਨੂੰ ਕਵਿਤਾ ਦੇ ਗਹਿਣੇ ਵੀ ਕਿਹਾ ਜਾਂਦਾ ਹੈ। ਕਵਿਤਾ ਵਿੱਚ ਸ਼ਬਦ ਤੇ ਅਰਥ ਦੋਨੋਂ ਅਲੰਕਾਰ ਵਰਤੇ ਜਾਂਦੇ ਆ, ਹੈ ਨਾ। ਵੈਸੇ ਅਲੰਕਾਰ ਹੁੰਦੇ ਆ 3, ਸ਼ਬਦ, ਅਰਥ ਤੇ ਸ਼ਬਦਾਰਥ। ਕਵਿਤਾ ਵਿੱਚ ਧੁਨੀਆਂ, ਸੰਵਾਦਾਂ, ਵਰਨਾਂ ਤੇ ਮੁਹਾਵਰਿਆਂ ਦੀ ਵਰਤੋਂ ਦੁਆਰਾ ਕਾਵ ਸੁਹਜ ਪੈਦਾ ਕਰਨਾ, ਉਸੇ ਨੂੰ ਕਿਹਾ ਜਾਂਦਾ ਅਲੰਕਾਰ। ਸੁਹਜ ਦਾ ਸ਼ਾਬਦਿਕ ਅਰਥ ਸੁੰਦਰਤਾ ਹੁੰਦਾ ਹੈ ਬਾਈ। ਹਾਂ, ਅਲੰਕਾਰਾਂ ਦੀਆਂ ਉਦਾਹਰਨਾਂ ਜਿਵੇਂ ਉਪਮਾ ਅਲੰਕਾਰ ਆ, ਲੱਸੇ ਨਹੀਂ ਉਹਦਾ ਮੱਥਾ ਤਾਰਿਆਂ ਵਾਂਗੂ। ਇਹਦੇ ਵਿੱਚ ਮੱਥੇ ਦੀ ਉਪਮਾ ਹੈ ਜਿਹੜੀ ਉਹ ਤਾਰਿਆਂ ਦੇ ਨਾਲ ਕੀਤੀ ਗਈ ਆ। ਉਪਮਾ ਮਤਲਬ ਤੁਲਨਾ। ਬਿਰਹੋਂ ਦੀ ਇੱਕ ਖਰਲ ਬਲੌਰੀ ਜ਼ਿੰਦਗੀ ਦਾ ਆਸਾ ਸੁਰਮਾ ਪੀਠਾ, ਇਹ ਰੂਪਕ ਅਲੰਕਾਰ ਹੈ ਜੀ। ਹਾਂ, ਫਿਰ ਰੂਪ ਅਨੂਪ ਦਿਸੇ, ਫਿਰ ਰੂਪ ਸਰੂਪ ਅਨੂਪ ਦਿਸੇ, ਫਿਰ ਜਿੰਦ ਜਵਾਨੀ ਝੱਲੀ ਚੱਲੀਏ, ਅਨੁਪਰਾਸ ਹੈ। ਮਤਲਬ ਇਹਦੇ ਵਿੱਚ ਸ਼ਬਦਾਂ ਦਾ ਬਾਰ-ਬਾਰ ਦੁਹਰਾਵ ਹੋ ਰਿਹਾ। ਅਨੁਪਰਾਸ ਮਤਲਬ ਦੁਹਰਾਵ। ਕਲਪਨਾ ਦਾ ਇੱਕ ਹੋਰ ਜ਼ਰੂਰੀ ਤੱਤ ਹੈ ਜੀ, ਕਾਲਰਿਜ ਦੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਕਾਲਰਿਜ ਕੀ ਕਹਿੰਦਾ? ਕਵੀ ਕਾਲਰਿਜ ਆ, ਅੰਗਰੇਜ਼ੀ ਦਾ ਪ੍ਰਸਿੱਧ ਕਵੀ ਆ। ਉਹ ਕਹਿੰਦਾ ਵੀ ਕਵਿਤਾ ਤਾਂ ਕਲਪਨਾ ਦੀ ਪੈਦਾਵਾਰ ਹੈ। ਮਤਲਬ ਜੇ ਕਲਪਨਾ ਨਹੀਂ ਕਰ ਸਕਦੇ ਤਾਂ ਕਵਿਤਾ ਪੈਦਾ ਨਹੀਂ ਹੋ ਸਕਦੀ। ਇਸੇ ਕਰਕੇ ਕਵਿਤਾ ਨੂੰ ਪੈਦਾ ਕੌਣ ਕਰਦਾ ਹੈ? ਕਲਪਨਾ ਹੀ ਕਰਦੀ ਹੈ। ਤੇ ਇਹ ਗੱਲ ਕਿਹਨੇ ਕਹੀ ਹੈ? ਕਾਲਰਿਜ। ਕਵੀ ਅਗਰ ਕਲਪਨਾ ਨਹੀਂ ਕਰ ਸਕਦਾ, ਇਮੈਜਿਨ ਨਹੀਂ ਕਰ ਸਕਦਾ ਮੰਨ ਲਓ ਕਿਸੇ ਗੱਲ ਨੂੰ, ਹੈ ਨਾ, ਆਪਣੇ ਮਾਈਂਡ ਦੇ ਵਿੱਚ, ਤਾਂ ਉਹ ਕਵਿਤਾ ਨਹੀਂ ਲਿਖ ਸਕੂਗਾ। ਕਲਪਨਾ ਨੂੰ ਰਚਨਾਤਮਕ ਸ਼ਕਤੀ ਮੰਨਿਆ ਜਾਂਦਾ। ਬਈ ਅਗਰ ਪ੍ਰਸ਼ਨ ਆਵੇ ਵੀ ਕਵਿਤਾ ਦੀ ਰਚਨਾਤਮਕ ਸ਼ਕਤੀ ਕਿਸ ਨੂੰ ਮੰਨਿਆ ਜਾਂਦਾ ਹੈ, ਉਹ ਹੁੰਦੀ ਹੈ ਜੀ ਕਲਪਨਾ। ਰਚਨਾਤਮਕ ਸ਼ਕਤੀ ਹੈ ਇਹ, ਕਵਿਤਾ ਰਚਣ ਦੀ ਸ਼ਕਤੀ। ਇੱਕ ਮਤਲਬ ਕੌਣ ਹੈ? ਰਚਨਾਤਮਕ ਸ਼ਕਤੀ ਕੌਣ ਹੈ ਜੀ? ਇਹ ਹੈਗੀ ਹੈ ਕਲਪਨਾ। ਕਲਪਨਾ ਦੀ ਸ਼ਕਤੀ ਨਾਲ ਕਵੀ ਅਣਜਾਣੇ ਦ੍ਰਿਸ਼ਾਂ ਤੇ ਵਸਤੂਆਂ ਨੂੰ ਸਾਡੇ ਸਾਹਮਣੇ ਇਸ ਤਰ੍ਹਾਂ ਚਿੱਤਰਦਾ ਹੈ ਕਿ ਉਹ ਸੱਚਮੁੱਚ ਵੇਖੇ ਲੱਗਦੇ ਹਨ। ਅਣਜਾਣੇ ਦ੍ਰਿਸ਼ਾਂ ਦੀ ਗੱਲ ਕਰਦਾ ਜਦੋਂ ਕਵੀ, ਤਾਂ ਆਪਾਂ ਨੂੰ ਐਂ ਲੱਗਦਾ ਵੀ ਆਪਾਂ ਉੱਥੇ ਵੇਖ ਕੇ ਆਏ ਹਾਂ ਸੱਚੀ। ਆਪਣੇ ਮਨ ਦੇ ਵਿੱਚ ਆਪਣੇ ਆਪ ਤਸਵੀਰ ਬਣ ਜਾਂਦੀ ਹੈ, ਕਾਰਨ ਕਵੀ ਦੀ ਕਲਪਨਾ। ਕਵੀ ਦੀ ਕਵਿਤਾ ਨੂੰ ਪ੍ਰੇਰਨਾ ਦੇਣ ਵਾਲੀ ਇੱਕ ਮਾਨਸਿਕ ਸ਼ਕਤੀ ਹੈ ਕਲਪਨਾ ਮਾਨਸਿਕ ਸ਼ਕਤੀ ਹੁੰਦੀ ਹੈ। ਧਿਆਨ ਰੱਖਿਓ। ਹਾਂ, ਭਾਵ ਅਨੁਭਾਵ ਤੇ ਜਜ਼ਬੇ ਇਹ ਕਵਿਤਾ ਦੀ ਰਚਨਾ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਆ ਜੀ।
ਭਾਵ ਅਨੁਭਾਵ ਤੇ ਜਜ਼ਬੇ। ਭਾਵ ਦਾ ਮਤਲਬ ਹੁੰਦਾ ਸਥਾਈ ਭਾਵ। ਜਦੋਂ ਆਪਾਂ ਪੜ੍ਹਦੇ ਆ ਨਾ ਸਥਾਈ ਭਾਵ ਹੁੰਦੇ ਆ ਜਿਹੜੇ 9 ਕਹੇ ਉਹਨਾਂ ਤੋਂ ਹੀ ਅੱਗੇ 9 ਰਸ ਬਣਦੇ ਆ ਸਥਾਈ ਭਾਵ ਜਿਹੜੇ। ਅਨੁਭਾਵ ਤੇ ਜਜ਼ਬੇ ਇਹ ਵੀ ਹੁੰਦੇ ਆ। ਭਾਵ ਅਨੁਭਾਵ ਤੇ ਸੰਚਾਰੀ ਭਾਵ ਹੁੰਦੇ ਆ। ਵੈਸੇ ਜਜ਼ਬੇ ਇੱਥੇ ਜਜ਼ਬਾ ਲਿਖਤਾ, ਵੈਸੇ ਇਹਦਾ ਨਾਮ ਹੁੰਦਾ ਹੈ ਸੰਚਾਰੀ ਭਾਵ। ਜੋ ਸਥਾਈ ਭਾਵ, ਭਾਵ ਦਾ ਮਤਲਬ ਸਥਾਈ ਭਾਵ, ਸਥਾਈ ਭਾਵਾਂ ਦਾ ਸੰਚਾਰ ਕਰੇ। ਅਨੁਭਾਵ ਹੁੰਦਾ ਹੈ ਜੋ ਸਥਾਈ ਭਾਵਾਂ ਨੂੰ, ਸਥਾਈ ਭਾਵ ਜਿਨ੍ਹਾਂ ਦੁਆਰਾ ਪੈਦਾ ਹੁੰਦੇ ਆ, ਅਨੁਭਾਵ। ਥੋੜ੍ਹੀ ਗੱਲ ਵੈਸੇ ਆਹੀ ਸ਼ਬਦ ਧਿਆਨ 'ਚ ਰੱਖਣੇ ਆ, ਭਾਵ ਅਨੁਭਾਵ ਤੇ ਜਜ਼ਬੇ। ਜਜ਼ਬਿਆਂ ਦੇ ਤਿੱਖੇ ਵਹਿਣ ਵਿੱਚੋਂ ਹੀ ਕਵਿਤਾ ਜਨਮ ਲੈਂਦੀ ਹੈ। ਮਨੁੱਖ ਦੇ ਦਿਲ ਵਿੱਚ ਵੱਖ-ਵੱਖ ਕਿਸਮ ਦੇ ਭਾਵ ਹੁੰਦੇ ਆ, ਜਿਵੇਂ ਪਿਆਰ, ਤਰਸ, ਡਰ, ਖੁਸ਼ੀ ਆਦਿ। ਜਾਗਰਤ ਜਜ਼ਬਿਆਂ ਦੇ ਭਾਵਾਂ ਅਧੀਨ ਹੀ ਕਵੀ ਸ਼ਬਦਾਂ ਨੂੰ ਜੋੜਦਾ ਤੇ ਵਿਉਂਤਦਾ ਹੈ। ਅਗਲੀ ਗੱਲ ਆ ਗਈ ਜੀ ਵਿਚਾਰ। ਹੁਣ ਇਹਦਾ ਮਤਲਬ ਇਹ ਨਹੀਂਗਾ ਵੀ ਜੇ ਕਵਿਤਾ ਇੱਕ ਭਾਵਮਈ ਰਚਨਾ ਹੁੰਦੀ ਹੈ ਵੀ ਕਵਿਤਾ ਦਾ ਸੰਬੰਧ ਭਾਵਾਂ ਦੇ ਨਾਲ ਆ ਤੇ ਵਿਚਾਰ ਹੁੰਦੇ ਹੀ ਨਹੀਂਗੇ। ਇਹਦਾ ਮਤਲਬ ਇਹ ਨਹੀਂ ਹੁੰਦਾ। ਕਵਿਤਾ ਦੇ ਵਿੱਚ ਵਿਚਾਰ ਹੁੰਦੇ ਆ ਪਰ ਭਾਵਾਂ ਦੇ ਅਧੀਨ ਹੁੰਦੇ ਆ। ਕਵਿਤਾ ਦੇ ਵਿੱਚ ਭਾਵ ਪਹਿਲਾ ਸਥਾਨ ਭਾਵ ਦਾ, ਦੂਸਰਾ ਸਥਾਨ ਵਿਚਾਰ ਦਾ। ਉਸ ਤੋਂ ਉਲਟ ਵਾਰਤਕ ਜਾਂ ਗੱਦ ਦੇ ਵਿੱਚ ਕੀ ਹੁੰਦਾ ਹੈ, ਵਿਚਾਰ ਹੁੰਦੇ ਆ ਪਹਿਲੇ ਨੰਬਰ ਤੇ, ਭਾਵ ਦੂਜੇ ਨੰਬਰ ਤੇ ਹੁੰਦੇ ਆ। ਉਹਦੇ ਵਿੱਚ ਕੀ ਹੁੰਦਾ, ਵਾਰਤਕ ਦੇ ਵਿੱਚ ਭਾਵ ਹੈ ਜਿਹੜੇ ਉਹ ਵਿਚਾਰਾਂ ਦੇ ਅਧੀਨ ਹੁੰਦੇ ਆ। ਭਾਵ ਤੇ ਵਿਚਾਰ ਦੋਨੋਂ ਅਲੱਗ-ਅਲੱਗ ਜਗ੍ਹਾ ਤੋਂ ਪੈਦਾ ਹੁੰਦੇ ਆ। ਦੋਨਾਂ ਦਾ ਜਨਮ ਸਰੋਤ ਅਲੱਗ-ਅਲੱਗ ਹੈ। ਭਾਵਾਂ ਦਾ ਜਨਮ ਸਰੋਤ ਸਾਡਾ ਦਿਲ ਹੈ, ਠੀਕ ਹੈ, ਤੇ ਵਿਚਾਰਾਂ ਦਾ ਜਨਮ ਸਰੋਤ ਹੈ ਸਾਡੀ ਬੁੱਧੀ ਹੈ, ਸਾਡਾ ਦਿਮਾਗ ਹੈ, ਠੀਕ ਹੈ ਭਾਈ। ਵਿਚਾਰ, ਖਿਆਲ ਤੇ ਅਨੁਭਵ ਇਹ ਕਵਿਤਾ ਦੀ ਜਿੰਦ ਜਾਨ ਹੈ ਜੀ। ਵਿਚਾਰ ਤੇ ਅਨੁਭਵ ਤੋਂ ਰਹਿਤ ਕਵਿਤਾ ਸਾਰਥਕ ਨਹੀਂ ਹੋ ਸਕਦੀ। ਕਵਿਤਾ ਵਿੱਚ ਜੋ ਵੀ ਵਿਸ਼ੇ ਦੀ ਸ਼ਕਲ ਵਿੱਚ ਆਪਾਂ ਵਿਸ਼ਾ, ਕਵਿਤਾ ਦਾ ਵਿਸ਼ਾ ਕੀ ਹੈ, ਕਿਸ ਸਬਜੈਕਟ ਨੂੰ ਲੈ ਕੇ ਲਿਖੀ ਗਈ ਹੈ, ਉਹ ਸਾਡਾ ਵਿਚਾਰ ਹੁੰਦਾ। ਧਿਆਨ ਦੇ ਵਿੱਚ ਰੱਖਿਓ, ਕਵਿਤਾ ਵਿੱਚ ਜੋ ਵੀ ਵਿਸ਼ੇ ਦੀ ਸ਼ਕਲ ਵਿੱਚ ਪੇਸ਼ ਕੀਤਾ ਜਾਵੇ ਉਸ ਨੂੰ ਵਿਚਾਰ ਕਿਹਾ ਜਾਂਦਾ। ਵਿਚਾਰ ਤੇ ਅਨੁਭਵ ਹੀ ਸਾਨੂੰ ਟੁੰਬਦੇ ਪ੍ਰੇਮ ਦੇ ਆਲੇ ਦੁਆਲੇ ਪ੍ਰਤੀ ਚੇਤਨ ਕਰਦੇ ਹਨ। ਜਿਹੜੀ ਚੀਜ਼ ਮੈਂ ਗੋਲ ਕਰਦਾ ਸਮਝੋ ਤੁਸੀਂ ਯਾਦ ਰੱਖਣੀ ਹੈ। ਰਸ ਪਤਾ ਹੀ ਜ਼ਰੂਰੀ ਤੱਤ ਹੈ ਨਾ। ਰਸ ਤਾਂ ਕਾਵਿ ਦੀ ਆਤਮਾ ਵੀ ਹੈ ਕਿ ਨਹੀਂ। ਰਸ ਨੂੰ ਕਾਵਿ ਦੀ ਆਤਮਾ ਕਿਹਾ ਜਾਂਦਾ। ਪੜ੍ਹਿਆ ਹੋਣਾ ਤੁਸੀਂ ਕਿਤਾਬਾਂ ਦੇ ਵਿੱਚ। ਰਸ ਹੈ ਜਿਹੜੇ ਇਹ ਕਾਵਿ ਦੀ ਆਤਮਾ ਹੁੰਦੇ ਆ ਬਈ। ਜਦੋਂ ਸਾਡੇ ਮਨੋਭਾਵ ਪ੍ਰਬਲ ਤੇ ਪ੍ਰਪੱਕ ਹੋ ਜਾਂਦੇ ਹਨ ਤਾਂ ਕੀ ਬਣਦਾ ਹੈ ਜੀ, ਸ਼ਿੰਗਾਰ, ਵੀਰ, ਅਦਭੁਤ ਆਦਿ ਰਸ ਹੈ ਜਿਹੜੇ ਇਹ ਵੱਖ-ਵੱਖ ਕਿਸਮ ਦੇ ਜਜ਼ਬੇ ਮੌਜੂਦ ਰਹਿੰਦੇ ਹੈ। ਕਵਿਤਾ ਇਹਨਾਂ ਜਜ਼ਬਿਆਂ ਨੂੰ ਉਤੇਜਿਤ ਕਰਦੀ ਹੈ। 9 ਪ੍ਰਕਾਰ ਦੇ ਰਸ ਹੁੰਦੇ ਆ। ਰਸ ਦੀਆਂ ਉਦਾਹਰਨਾਂ ਕਰੁਣਾ ਰਸ ਦੀ ਉਦਾਹਰਣ ਦੇ ਰੱਖੀ ਹੈ ਜਿਹੜੀ ਉਹ ਲਿਖਦੀ ਹੈ ਨਾ, ਅੰਮ੍ਰਿਤਾ ਪ੍ਰੀਤਮ ਅੱਜ ਆਖਾਂ ਵਾਰਿਸ ਸ਼ਾਹ ਨੂੰ, ਉਹਦੇ ਵਿੱਚੋਂ ਲਿਆ ਗਿਆ। ਅੱਗੇ ਵੀਰ ਰਸ ਦੀ ਜਿਹੜੀ ਲਿਖੀ ਗਈ ਹੈ, ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ, ਚੜੇ ਸੂਰਮੇ ਸਿੰਘ ਦਲੇਰ ਮੀਆਂ, ਚੜੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ, ਜਿਵੇਂ ਬੇਲਿਓ ਨਿਕਲਦੇ ਸ਼ੇਰ ਮੀਆਂ। ਇਹ ਹੈ ਜਿਹੜਾ ਇਹ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾ ਉਦਾਹਰਣ ਹੈ। ਲਓ ਜੀ, ਕਵਿਤਾ ਸਾਹਿਤ ਰੂਪ ਦੇ ਆਪਣੇ ਵਿਸ਼ੇਸ਼ ਗੁਣ ਤੇ ਤੱਤ ਹਨ ਜਿਨ੍ਹਾਂ ਦੇ ਸੁਮੇਲ ਰਾਹੀਂ ਕਵਿਤਾ ਜਨਮ ਲੈਂਦੀ ਹੈ ਤੇ ਰੂਪਗਤ ਪਾਸਾਰ ਗ੍ਰਹਿਣ ਕਰਦੀ ਹੈ। ਲਓ ਜੀ, ਗੱਲ ਹੋ ਗਈ ਕਲੀਅਰ ਆਪਣੀ ਕਵਿਤਾ ਤੇ ਕਵਿਤਾ ਦੇ ਤੱਤ। ਇਹ ਬਹੁਤ ਹੀ ਸ਼ਾਨਦਾਰ ਕਲਾਸ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਸਾਰੀਆਂ ਗੱਲਾਂ ਕਲੀਅਰ ਕਰਤੀਆਂ ਮੈਂ ਇਸ ਦੇ ਵਿੱਚੋਂ। ਹੁਣ ਜਿੱਥੋਂ ਵੀ ਜਿਵੇਂ ਪ੍ਰਸ਼ਨ ਉੱਠਦਾ ਸੀਗਾ ਉਹ ਵੀ ਮੈਂ ਤੁਹਾਨੂੰ ਦੱਸਤਾ, ਠੀਕ ਹੈ। ਲਓ ਜੀ, ਗੱਲ ਕਲੀਅਰ ਆ। ਅਗਲੀ ਆਪਾਂ ਪੜ੍ਹਾਂਗੇ ਸਾਹਿਤ ਦੇ ਰੂਪਾਂ ਵਿੱਚ, ਆਪਾਂ ਅੱਗੇ ਪੜ੍ਹਨਾ ਹੈ ਗੀਤ ਪੜ੍ਹਾਂਗੇ, ਠੀਕ ਹੈ ਵੀ। ਤੇ ਨਾਲੇ ਗੀਤ ਤੁਸੀਂ ਸੁਣਾਇਓ ਮੈਨੂੰ। ਸਤਿ ਸ੍ਰੀ ਅਕਾਲ।